ਸਤਿ ਸ਼੍ਰੀ ਅਕਾਲ ਜੀ। ਮੈਂ ਡਾਕਟਰ ਵੀਰ ਤੇ ਪ੍ਰੋਗਰਾਮ ਲੈ ਕੇ ਆਈ ਹਾਂ ਸਾਹਿਤਿਕ ਧੰਦਾ। ਅਸੀਂ ਹਰ ਵਾਰ ਦੀ ਤਰ੍ਹਾਂ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਬਾਰੇ ਜਾਣਦੇ ਹਾਂ, ਗਜ਼ਲ, ਕਹਾਣੀ, ਕਵਿਤਾ, ਨਾਵਲ, ਨਾਟਕ। ਤੇ ਅੱਜ ਜਿਹੜੀ ਸਾਡੀ ਗੱਲਬਾਤ ਆ ਉਹ ਖਾਸ ਹੋਣ ਜਾ ਰਹੀ ਹੈ ਕਿਉਂਕਿ ਕਵਿਤਾ ਦੇ ਨਾਲ-ਨਾਲ ਅਸੀਂ ਹੋਰ ਵੀ ਬਹੁਤ ਸਾਰੀਆਂ ਵਿਧਾਵਾਂ ਦੀ ਗੱਲ ਵੀ ਕਰਨੀ ਆ ਤੇ ਪੰਜਾਬੀ ਸਾਹਿਤ ਦੇ ਜਿਹੜੇ ਰੁਝਾਨ ਨੇ ਉਹਨਾਂ ਬਾਰੇ ਵੀ ਗੱਲ ਕਰਨੀ ਆ। ਮੇਰੇ ਨਾਲ ਨੇ ਬਹੁਤ ਹੀ ਮਾਰੂਫ ਲੇਖਕਾ ਮੈਡਮ ਪਰਮਿੰਦਰ ਸੋਨੀ ਜੀ। ਮੈਮ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਹੈ ਜੀ ਸਾਡੇ ਪ੍ਰੋਗਰਾਮ ਦੇ ਵਿੱਚ। ਬਹੁਤ ਹੋਰ ਸੁਣਾਓ, ਠੀਕ ਠਾਕ ਹੋ? ਬਿਲਕੁਲ, ਬਹੁਤ ਜੀ। ਮੈਮ ਜਿੰਨਾ ਤੁਸੀਂ ਹੁਣ ਲਗਾਤਾਰ ਕੰਮ ਕਰ ਰਹੇ ਹੋ, ਹੈ ਨਾ, ਕਾਫੀ ਦੇਰ ਤੋਂ ਲੱਗੇ ਹੋਏ ਹੋ ਸਾਹਿਤ ਦੀ ਸੇਵਾ ਕਰਨ ਲਈ। ਤੁਸੀਂ ਹੁਣ ਖਜ਼ਾਨੇ ਨੂੰ ਭਰਪੂਰ ਕਰ ਰਹੇ ਹੋ ਆਪਣੀਆਂ ਰਚਨਾਵਾਂ ਨਾਲ। ਮੈਂ ਚਾਹੁੰਦੀ ਹਾਂ ਕਿ ਜਿਹੜਾ ਸੋਹਣਾ ਜਿਹਾ ਸਫ਼ਰ ਹੈ ਕਿੱਥੋਂ ਸ਼ੁਰੂ ਹੋਇਆ, ਇਹ ਮੁੱਢਲਾ ਸਫ਼ਰ ਜ਼ਿੰਦਗੀ ਦਾ, ਉੱਥੋਂ ਲੈ ਕੇ ਪਰਮਿੰਦਰ ਸੋਨੀ ਜਦੋਂ ਇੱਕ ਲੇਖਕਾ ਦੇ ਤੌਰ 'ਤੇ ਸਥਾਪਿਤ ਹੁੰਦੀ ਹੈ, ਉੱਥੋਂ ਤੱਕ ਦਾ ਸਫ਼ਰ ਅਸੀਂ ਦਰਸ਼ਕਾਂ ਦੇ ਨਾਲ ਸਾਂਝਾ ਕਰਾਂਗੇ। ਵੀ ਮੈਂ ਕੋਈ ਉਸ ਤਰ੍ਹਾਂ ਇਤਨੀ ਇਸਟੈਬਲਿਸ਼ ਵਾਲੀ ਕੋਈ ਉਹ ਨਹੀਂ ਹੈਗੀ ਸਾਹਿਤਕਾਰਾ ਔਰ ਕੁਛ ਵੀ ਇਸ ਤਰ੍ਹਾਂ ਦੀ। ਬਚਪਨ ਤੋਂ ਲਿਖਣ ਦਾ ਸ਼ੌਕ ਸੀ, ਪੜ੍ਹਨ ਦਾ ਸ਼ੌਕ ਸੀ ਤੇ ਦੋ ਚਾਰ ਲਾਈਨਾਂ ਲਿਖ ਦਿੰਦੀ ਸੀ, ਪਰ ਉਹ ਹਮੇਸ਼ਾ ਕਵਿਤਾ ਦੇ ਅੰਦਾਜ਼ ਵਿੱਚ ਹੀ ਆਉਂਦੀ ਸੀ। ਸੋ ਕਨਵੈਂਟ ਵਿੱਚ ਪੜ੍ਹਦੇ ਸਾਂ ਤੇ ਉੱਥੇ ਅੰਗਰੇਜ਼ੀ ਮਸਤ ਸੀ ਔਰ ਅੰਗਰੇਜ਼ੀ ਹੀ ਨਿਕਲਦੀ ਸੀ ਫਿਰ। ਪਰ ਘਰ ਦਾ ਮਾਹੌਲ ਐਸਾ ਸੀ ਕਿ ਫਾਦਰ ਨੇ ਸਟ੍ਰਿਕਟ ਕਿਹਾ ਹੋਇਆ ਸੀ ਕਿ ਘਰ ਸਿਰਫ ਪੰਜਾਬੀ ਚਲੇਗੀ, ਕੋਈ ਹਿੰਦੀ ਜਾਂ ਅੰਗਰੇਜ਼ੀ 'ਚ ਗੱਲ ਨਹੀਂ ਸੀ ਕਰ ਸਕਦੇ ਅਸੀਂ। ਤੇ ਸਾਡੇ ਵਾਸਤੇ ਬਾਲ ਕ੍ਰੀੜਾ ਆਉਂਦੀ ਸੀ ਪੜ੍ਹਨ ਵਾਸਤੇ। ਥੋੜ੍ਹੇ ਵੱਡੇ ਹੋਏ ਤੇ ਪ੍ਰੀਤ ਲੜੀ ਔਰ ਅਖਬਾਰ ਆਉਂਦਾ ਸੀ ਜਥੇਦਾਰ। ਸੇ ਉਹਨਾਂ ਨੇ ਜੋ ਕੋਈ ਚਿੱਠੀ ਵਗੈਰਾ ਸਾਨੂੰ ਪੰਜਾਬੀ 'ਚ ਹੀ ਲਿਖਣਾ ਵੀ ਉਹਨਾਂ ਨੇ ਹੀ ਸਿਖਾਇਆ, ਕਿਤੇ ਗਈ ਨਹੀਂ ਸਿੱਖਣ, ਸਭ ਘਰ ਵਿੱਚ ਹੀ ਹੋਇਆ। ਤੇ ਉਹ ਜਦੋਂ ਕੋਈ ਚਿੱਠੀਆਂ ਲਿਖਦੇ ਸੀ ਤੇ ਬੈਠ ਕੇ ਮੈਨੂੰ ਡਿਕਟੇਟ ਕਰਦੇ ਸੀ ਕਿਉਂਕਿ ਮੇਰੀ ਹੈਂਡ ਰਾਈਟਿੰਗ ਅੱਛੀ ਸੀ। ਕਹਿੰਦੇ ਸੀ ਤੂੰ ਹੀ ਲਿਖੇਂਗੀ। ਸੋ ਉਹ ਪੰਜਾਬੀ ਦਾ ਸਫ਼ਰ ਉੱਥੋਂ। ਫਿਰ ਘਰ ਵਿੱਚ ਗੁਰਸਿੱਖੀ ਦਾ ਮਾਹੌਲ ਸੀ ਤੇ ਪਾਠ ਵਗੈਰਾ ਨਾਲ ਵੀ ਜੋੜੀ ਰੱਖਿਆ ਹਰ ਵਕਤ। ਤੇ ਉੱਥੋਂ ਲਿਖਣਾ ਸ਼ੁਰੂ ਹੋਇਆ, ਪਹਿਲੇ ਅੰਗਰੇਜ਼ੀ ਔਰ ਉਸ ਤੋਂ ਬਾਅਦ ਸ਼ਾਦੀ ਹੋਈ ਜਦੋਂ 77 ਵਿੱਚ। ਫਿਰ ਆਏ ਜੈਪੁਰ ਵਿੱਚ, ਉੱਥੇ ਥੋੜ੍ਹਾ ਹਿੰਦੀ ਦਾ ਮਾਹੌਲ ਰਾਜਸਥਾਨ ਵਿੱਚ, ਤੇ ਉੱਥੇ ਥੋੜ੍ਹਾ ਬਹੁਤ ਹਿੰਦੀ ਸ਼ੁਰੂ ਕੀਤੀ ਔਰ ਥੋੜ੍ਹਾ ਹਿੰਦੀ ਵਿੱਚ ਕਵਿਤਾਵਾਂ, ਹਾਲਾਂਕਿ ਸਪੈਲਿੰਗਸ ਔਰ ਇਹ ਸਾਰਾ ਕੁਛ ਥੋੜ੍ਹਾ ਜਿਹਾ ਤੇ ਮਾਤਰਾਵਾਂ ਦਾ ਗੜਬੜ ਹੁੰਦਾ ਹੀ ਸੀ। ਤੇ ਮੈਂ ਥੋੜ੍ਹੇ ਮਿੱਤਰਾਂ ਯਾਰਾਂ ਕੋਲੋਂ ਥੋੜ੍ਹੀ ਜਿਹੀ ਗਾਈਡੈਂਸ ਵੀ ਲਈ ਤੇ ਲਿਖਦੀ ਰਹੀ, ਪਰ ਕਿਸੇ ਨੂੰ ਪਤਾ ਨਹੀਂ ਸੀ ਬਾਕੀ ਘਰ ਵਿੱਚ। ਸਭ ਕੁਛ ਡਾਇਰੀਆਂ ਵਿੱਚ ਹੀ ਬੰਦ ਸੀ ਕਿਉਂਕਿ ਮੇਰਾ ਕੀ ਸੀ ਕਿ ਜੋ ਭਾਵਨਾਵਾਂ ਸਨ, ਗੁੱਸਾ, ਪਿਆਰ, ਜੋ ਵੀ ਲੜਨਾ ਵੜਨਾ ਤੇ ਮੇਰੇ ਕੋਲ ਕਦੇ ਹੋਇਆ ਨਹੀਂ। ਸੋ ਅਗਰ ਕੋਈ ਅੰਦਰ ਐਸੀ ਭਾਵਨਾ ਹੈ ਤੇ ਲਿਖ ਮਾਰੋ। ਬਿਲਕੁਲ, ਸਭ ਤੋਂ ਸੋਹਣਾ ਤਰੀਕਾ। ਆਪਣੇ ਦਿਲ ਨੂੰ ਖਾਲੀ ਕਰ ਦਿਓ ਔਰ ਮਸਤ ਰਹੋ। ਸੋ ਮਸਤ ਰਹੀ ਹਮੇਸ਼ਾ। ਇਹ ਕਾਨਪੁਰ ਦਾ ਜਿਹੜਾ ਤੁਹਾਡਾ ਸਮਾਂ ਬੀਤਿਆ ਹੈਗਾ, ਉਹਦੇ ਬਾਰੇ ਵੀ ਜ਼ਰੂਰ ਦੱਸਣਾ। ਕਾਨਪੁਰ ਤੇ ਬਹੁਤ ਹੀਰੇ ਵਰਗਾ ਵਕਤ ਹੈਗਾ ਸੀ ਕਿਉਂਕਿ ਮੈਂ ਇਕੱਲੀ ਬੇਟੀ ਔਰ 4 ਭਰਾ। ਉਧਰ ਤਾਇਆ ਜੀ ਦੇ ਵਿੱਚ ਵਾਲੇ ਤਾਇਆ ਜੀ ਦੇ ਵੀ 3 ਬੇਟੇ ਔਰ ਵੱਡੇ ਤਾਇਆ ਜੀ ਦੇ 5 ਬੇਟੇ, ਉਹਨਾਂ ਦੀ 1 ਬੇਟੀ ਔਰ 1 ਮੈਂ। ਸੋ ਮਜ਼ੇਦਾਰ ਗੱਲ ਇਹ ਹੈ ਕਿ ਜਦੋਂ ਮੈਂ ਆਉਣ ਵਾਲੀ ਸੀ ਸੋ ਮੇਰੇ ਦਾਦੀ ਜੀ ਨੂੰ ਸੀ, ਸਭ ਨੂੰ ਹੀ ਸੀ ਕਿ ਬਿਟਿਆ ਆਏ ਤੇ ਉਹਨਾਂ ਨੇ ਪਾਠ ਰਖਵਾਇਆ ਤੇ ਉਹਨਾਂ ਨੇ ਅਰਦਾਸ ਕੀਤੀ ਕਿ ਵਾਹਿਗੁਰੂ ਕੁੜੀ ਦੇਣਾ, ਅੰਗ ਸੰਗ ਸਭ ਅੰਗ ਸਹੀ ਹੋਣ, ਭਾਵੇਂ ਦਾਗੀ ਹੋਵੇ। ਉਹ ਆ ਗਈ ਦਾਗੀ। ਸੋ ਬਸ ਪਰ ਪਿਆਰ ਬਹੁਤ ਜ਼ਿਆਦਾ ਮਿਲਿਆ। ਮੈਂ ਰਾਜਕੁਮਾਰੀਆਂ ਵਾਂਗ ਸਾਰਿਆਂ ਨੇ ਬਿਲਕੁਲ ਉਸ ਤਰੀਕੇ ਨਾਲ ਹੀ ਰਹੀ ਔਰ ਬਹੁਤ ਖੁਸ਼, ਬਹੁਤ ਹੀ ਅੱਛਾ ਟਾਈਮ ਬੀਤਿਆ। ਅਫਸੋਸ ਕਿ ਫਾਦਰ ਬੜੀ ਜਲਦੀ ਚਲੇ ਗਏ ਬਿਕੋਜ਼ ਉਹਨਾਂ ਨੂੰ 75 ਵਿੱਚ ਹੀ ਕੈਂਸਰ ਡਾਇਗਨੋਸ ਹੋਇਆ। ਪਰ ਫਿਰ ਵੀ ਉਹਨਾਂ ਕੋਲੋਂ ਅਸੀਂ ਸਿੱਖਿਆ ਨਾ ਇਹ ਸਾਰਾ ਕੁਝ, ਚੜ੍ਹਦੀ ਕਲਾ। ਹਰ ਗੱਲ ਤੇ ਉਹਨਾਂ ਨੂੰ ਬਸ ਇਹੀ ਆਉਂਦਾ ਸੀ ਕਿ ਚੜ੍ਹਦੀ ਕਲਾ 'ਚ ਜੋ ਪੁੱਛੇ ਚੜ੍ਹਦੀ ਕਲਾ। ਸਾਨੂੰ ਐਕਚੁਅਲੀ ਦੇਖਿਆ ਜਾਏ ਉਸ ਵੇਲੇ ਕੈਂਸਰ ਦੀ ਇਤਨੀ ਅਵੇਅਰਨੈਸ ਵੀ ਨਹੀਂ ਸੀ ਔਰ ਪਤਾ ਨਹੀਂ ਸੀ ਕਿ ਕਿਤਨੀ ਦੁਖਦਾਈ ਇਹ ਹੈਗੀ ਹੈ ਔਰ ਇਹਦਾ ਇਲਾਜ ਉਸ ਤੋਂ ਵੀ ਜ਼ਿਆਦਾ ਦੁਖਦਾਈ ਹੈ। ਪਰ ਉਹ ਕਦੇ ਝਲਕ ਹੀ ਨਹੀਂ ਹੋਇਆ ਉਹਨਾਂ ਵਿੱਚ ਤੇ ਪਤਾ ਨਹੀਂ ਲੱਗਿਆ। ਔਰ ਉਸ ਗੱਲ ਦਾ ਮੈਨੂੰ ਬਹੁਤ ਰੋਸਾ ਵੀ ਹੈ ਔਰ ਮੈਂ ਲਿਖਿਆ ਵੀ ਕਿ ਬਾਬੂ ਮੈਨੂੰ ਤੇਰੇ ਤੋਂ ਬਹੁਤ ਰੋਸਾ, ਤੂੰ ਮੈਥੋਂ ਕਿਉਂ ਨਾ ਕੋਈ ਗੱਲ ਛੇੜੇ, ਹੈ ਨਾ, ਵੰਡੀ। ਤੇ ਪਰ ਉਹ ਗੱਲ ਸਾਡੇ ਤੇ ਬੜੀ ਅਸਰ ਕਰੀ। ਅਸੀਂ ਸਾਰੇ ਇਸ ਤਰੀਕੇ ਨਾਲ ਹੀ ਫਿਰ ਵੱਡੇ ਹੋਏ ਆ ਕਿ ਬਈ ਹਰ ਗੱਲ ਨੂੰ ਤੁਸੀਂ ਆਇਆ ਗਿਆ ਕਰੋ, ਹੈ ਨਾ। ਜੇ ਔਰ ਸਕੂਲ ਵਾਲਿਆਂ ਨੇ ਸਿਖਾਇਆ ਸੀ, ਇੱਕ ਸਿਸਟਰ ਸੀ, ਸਿਸਟਰ ਟੈਕਲਾ, ਉਹਨਾਂ ਨੇ ਸਿਖਾਇਆ ਸੀ
ਕਿ ਕੋਈ ਬਹਿਸ ਕਰਨ ਦੀ ਕੀ ਲੋੜ ਹੈ। ਕਹਿ ਦਿਓ ਮੇ ਬੀ, ਵੀ ਤੂੰ ਵੀ ਸੱਚ ਹੋ ਸਕਦਾ, ਮੈਂ ਵੀ ਸੱਚ ਹੋ ਸਕਦੀ ਹਾਂ, ਹੈ ਨਾ। ਬਿਲਕੁਲ। ਤੇ ਮੇ ਬੀ ਕਰਕੇ ਛੁੱਟੀ ਕਰੋ ਨਾ। तो वो मे भी और चढ़दी कला ते बहुत वड्डियां गल्लां बहुत है ना। इन्हें सानू मनु जिंदगी विच हर जगह एडजस्ट होने विच सहाय हर हालत विच हर हालात विच बहुत सहाय होया। ਜਿਹੜੀ ਬਾਲੜੀ ਜੀ ਰਾਜਕੁਮਾਰੀਆਂ ਦੀ ਤਰ੍ਹਾਂ ਰਹਿਣ ਵਾਲੀ ਪਰਮਿੰਦਰ ਛੋਟੀ ਉਮਰ 'ਚ ਬਚਪਨ ਕਿੱਦਾਂ ਦਾ ਰਿਹਾ? ਕਿਹੜੀਆਂ ਠਖੇਲੀਆਂ ਸੀ ਜਿਨ੍ਹਾਂ ਨੇ ਸਾਹਿਤ ਵੱਲ ਨੂੰ ਤੋਰਤਾ? ਸੱਚੀ ਦੱਸਾਂ, ਮੈਂ ਬਿਲਕੁਲ ਕੁੜੀਆਂ ਵਰਗੀ ਨਹੀਂ ਸੀ। ਮੈਂ ਕੋਈ ਗੁੱਡੀਆਂ ਬਟੋਲੇ ਨਹੀਂ ਖੇਲੇ ਤੇ ਕੰਚੇ, ਗੁੱਲੀ ਡੰਡਾ, ਛਲ, ਕਬੱਡੀ ਤੇ ਕ੍ਰਿਕਟ ਬਈ ਵੀਰਾਂ ਨਾਲ ਔਰ ਵੀਰਾਂ ਦੇ ਦੋਸਤ ਉਹ ਸਾਰੇ ਸੰਡੇ ਨੂੰ ਤੇ ਸਾਰੀ ਵੱਡੇ ਵੱਡੇ ਘਰ ਸਨ ਤੇ ਗਲੀ ਵਿੱਚ ਕ੍ਰਿਕਟ ਚੱਲਿਆ ਕਰਦੀ ਸੀ ਔਰ ਬਾਹਰ ਅਸੀਂ ਲੋਕ ਛਲ ਕਬੱਡੀਆਂ ਔਰ ਪੇੜਾਂ ਤੇ ਚੜ ਕੇ ਉਹ ਖੇਲਿਆ ਕਰਦੇ ਸੀ। ਤੇ ਕੋਈ ਨਜ਼ਾਕਤ ਵਾਲੀ ਗੱਲ ਮੇਰੇ 'ਚ ਨਹੀਂ ਸੀ। ਹਾਲਾਂਕਿ ਦੇਖ ਕੇ ਮੈਂ ਬਹੁਤ ਪਤਲੀ ਜੀ ਸੀ ਤੇ ਦੇਖ ਕੇ ਕੋਈ ਮੰਨ ਨਹੀਂ ਸੀ ਸਕਦਾ ਕਿ ਮੈਂ ਇਤੀ ਤਕੜੀ ਆਂ ਅੰਦਰੋਂ ਤੇ ਡੈਲੀਕੇਟ ਜੀ ਲੱਗਦੀ ਸੀ। ਤੇ ਪਰ ਬਹੁਤ ਮਜ਼ੇਦਾਰ ਬਚਪਨ। ਔਰ ਅਸੀਂ ਕਿਰੇ ਵੀ ਜਾਣਾ ਦੌੜਦੇ ਹੋਏ। ਸਕੂਲ ਵਿੱਚ ਵੀ ਮੈਂ ਬਾਸਕਟਬਾਲ ਦੀ ਖੇਲਦੀ ਸੀ, ਕੋਬਰਡ ਕੈਪਟਨ ਸੀ ਔਰ ਗ੍ਰੀਨ ਹਾਊਸ ਦੀ ਕੈਪਟਨ ਸੀ ਔਰ ਮਤਲਬ ਹਰ ਵਕਤ ਸਪੋਰਟਸ ਵਿੱਚ ਰਹੇ ਔਰ ਇਤਨਾ ਖਾਂਦੇ ਸੀ ਕਿ ਕੋਈ ਮੰਨਦਾ ਹੀ ਨਹੀਂ ਸੀ ਕਿ ਇੰਨੇ ਜਿਹੇ ਸਰੀਰ ਵਾਲੀ ਇਤਨਾ ਖਾ ਸਕਦੀ ਹੈ। ਪਰ ਉਹ ਮੁੰਡਿਆਂ ਨਾਲ ਰਹਿ ਗਿਆ, ਆਈ ਸਪੋਜ਼ ਉਤਨਾ ਹੀ ਬਹੁਤ ਜ਼ਿਆਦਾ એનર્ਜੀ ਲੱਗਦੀ ਸੀ ਤੁਹਾਡੀ। ਹਾਂ, ਅਸੀਂ ਦੌੜਦੇ ਹੋਏ ਜਾਂਦੇ ਸੀ। ਮੇਰੇ ਬ੍ਰਦਰ ਕਿਰੇ ਵੀ ਜਾਂਦੇ ਸੀ, ਚਲਦੀ ਪੁੱਛਦੇ ਸੀ ਚੱਲਣਾ ਹੈ, ਚਲੋ ਜੀ, ਔਰ ਦੌੜ ਪੈਂਦੇ ਸੀ ਅਸੀਂ ਲੋਕ। ਉਹ ਸੋਹਣਾ ਸਮਾਂ ਸੀਗਾ, ਬਹੁਤ ਸੋਹਣਾ ਹੈ ਨਾ, ਕਿਉਂਕਿ ਕਾਫੀ ਖੂਬਸੂਰਤ ਜਿਹੜਾ ਕੋਈ ਸਮਾਂ ਮੁਕਾਬਲਾ ਨਹੀਂ। ਪਿੱਛੇ ਛੱਡ ਆਏ, ਉਹਦਾ ਤੋੜ ਵੀ ਨਹੀਂ ਹੈ ਕੋਈ। ਨਾ ਪਿੱਛੇ ਕਿੱਥੇ ਛੱਡ ਆਇਆ, ਨਾਲ ਹੀ ਹੈ। ਨਹੀਂ, ਉੱਥੇ ਅਸੀਂ ਨਾਲ ਜਿਉ ਰਹੇ ਹਾਂ, ਬਸ ਇਹ ਹੈ ਕਿ ਹੁਣ ਉਹ ਮਾਹੌਲ ਕਦੀ ਨਹੀਂ ਮਿਲ ਪਾਊਗਾ। ਉਹ ਮਾਹੌਲ ਤੇ ਅੱਜ ਕੱਲ ਦੇ ਬੱਚਿਆਂ ਨੂੰ ਦੇਖ ਕੇ ਵੀ ਅਫਸੋਸ ਹੁੰਦਾ ਹੈ ਕਿ ਕਾਸ਼ ਇਹਨਾਂ ਨੂੰ ਵੀ ਇਹ ਮਾਹੌਲ ਮਿਲੇ ਹੁੰਦੇ। ਜੀ, ਇਹਨਾਂ ਦੀ ਮਨਸਥਿਤੀ ਕਿਤਨੀ ਅਲੱਗ ਹੁੰਦੀ। ਹਾਂ, ਔਰ ਸਟਰੋਂਗ ਵੀ ਹੁੰਦੀ। ਬਿਲਕੁਲ ਤਕੜੇ ਹੁੰਦੇ, ਬਿਲਕੁਲ ਤਕੜੇ ਹੁੰਦੇ। ਇਹ ਘਬਰਾ ਜਾਂਦੇ ਨੇ ਅੱਜ ਕੱਲ ਨਾ। ਬਿਲਕੁਲ ਅਸੀਂ ਲੋਕਾਂ ਨੂੰ ਆਦਤ ਸੀ ਕਿ ਕੋਈ ਵੀ ਹਾਲਾਤ ਹੋਏ ਕੋਈ ਗੱਲ ਨਹੀਂ, ਚਲੋ ਜੀ। ਮੈਮ, ਜਦੋਂ ਤੁਸੀਂ ਬਚਪਨ ਤੋਂ ਬਾਅਦ ਹੌਲੀ ਹੌਲੀ ਹੈ ਸਕੂਲ ਦੀ ਤੁਹਾਡੀ ਐਜੂਕੇਸ਼ਨ ਹੋ ਗਈ, ਉਹਦੇ ਨਾਲ ਕਦੋਂ ਤੁਸੀਂ ਕੋਈ ਪੂਰੀ ਕਵਿਤਾ ਲਿਖੀ ਜਿਹੜੀ ਤੁਹਾਨੂੰ ਯਾਦ ਹੋਵੇ ਕਿ ਜਦੋਂ ਤੁਹਾਨੂੰ ਲੱਗਿਆ ਕਿ ਇਹ ਮੇਰਾ ਸ਼ੌਂਕ ਹੈ, ਮੈਂ ਇਹਨੂੰ ਪੂਰਾ ਕਰਨਾ, ਮੈਂ ਬਚਪਨ 'ਚ ਹੀ ਲਿਖੀ ਸੀ। ਔਰ ਉਹ ਮੇਰੀ ਸਕੂਲ ਵਿੱਚ ਹੀ ਟੀਨੇਜਰ ਮੈਗਜ਼ੀਨ ਛਪਿਆ ਕਰਦੀ ਸੀ। ਉਹ ਮੈਨੂੰ ਹੁਣ ਕਵਿਤਾ ਯਾਦ ਨਹੀਂ ਹੈ, ਪਰ ਉਹ ਟੀਨੇਜਰ ਮੈਗਜ਼ੀਨ ਵਿੱਚ ਵੀ ਛਪੀ ਸੀ ਇੰਗਲਿਸ਼ ਵਿੱਚ। ਪਰ ਉਸ ਤੋਂ ਬਾਅਦ ਪਰ ਮੈਂ ਦੱਸਿਆ ਕਿਸੇ ਨੂੰ ਵੀ ਨਹੀਂ ਸੀ ਘਰ ਵਿੱਚ ਵੀ, ਕਿਉਂਕਿ ਸ਼ਰਮ ਜੀ ਆਉਂਦੀ ਸੀ ਉਸ ਵੇਲੇ ਕਿ ਪਤਾ ਨਹੀਂ ਕੀ ਸੋਚਣ। ਅੱਛੇ ਵਾਲੇ ਖਿਆਲ ਸੀਗੇ ਜਿਹਨੂੰ ਇੱਕਦਮ ਅਸੀਂ ਦੱਸ ਨਹੀਂ ਸਕਦੇ। ਹਾਂ, ਉਹ ਨੇਚਰ ਉੱਪਰ ਸੀ ਤੇ ਰੱਬ ਉੱਪਰ ਸੀ ਥੋੜੀ ਜੀ, ਉਸ ਤਰ੍ਹਾਂ ਕਰਕੇ। ਅਕਸਰ ਕਿਹਾ ਜਾਂਦਾ, ਇੱਕ ਧਾਰਨਾ ਬਣੀ ਹੋਈ ਆ, ਵਿਚਾਰ ਬਣਿਆ ਹੋਇਆ ਕਿ ਸਭ ਤੋਂ ਪਹਿਲਾਂ ਪਿਆਰ ਦੀ ਕਵਿਤਾ ਉਪਜਦੀ ਹੈ। ਕੀ ਇਹ ਗੱਲ ਸੱਚ ਹੈ? ਮੇਰੇ ਵਾਸਤੇ ਤੇ ਨਹੀਂ, ਕਿਉਂਕਿ ਦੇਖੋ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਕਿ ਬੜੇ ਡਿਸਪਲਿਨੇਰੀਅਨ ਸਨ ਫਾਦਰ ਮੇਰੇ, ਔਰ ਸਾਡੀ ਹਿੰਮਤ ਵੀ ਨਹੀਂ ਹੋ ਸਕਦੀ ਸੀ ਕਿ ਅਸੀਂ ਕੁਛ ਇਦਾਂ ਦਾ। ਕਿਉਂਕਿ ਮੈਨੂੰ ਯਾਦ ਹੈ ਮੈਂ ਜਦ ਕਾਲਜ ਜੁਆਇਨ ਕਰਨਾ ਸੀ ਤੇ ਮੈਨੂੰ ਮੇਰੇ ਵੀਰਾਂ ਨੇ ਪਹਿਲੇ ਹੀ ਵਾਰਨਿੰਗ ਦੇ ਦਿੱਤੀ ਸੀ, ਕੋਈ ਇਹੋ ਜਿਹੀ ਗੱਲ ਨਾ ਸੁਣਾਈ ਦਿੱਤੇ, ਨਹੀਂ ਤੇ ਫਿਰ ਕਾਲਜ ਛੁੱਟ ਜਾਏਗਾ। ਤੇ ਮੈਂ ਤੇ ਭਾਈ ਬਿਲਕੁਲ ਕਾਲਜ ਕਰ, ਹਾਲਾਂਕਿ ਫਰੈਂਡਸ ਨਾਲ ਅਸੀਂ ਲੋਕ ਬਹੁਤ ਮਸਤੀ ਕਰਦੇ ਸਾਂ। ਵੱਡੇ ਵੱਡੇ ਗਰੁੱਪਸ ਅਸੀਂ ਲੋਕ ਮਤਲਬ ਕਾਲਜ ਬੰਕ ਕਰਕੇ ਮੂਵੀ ਵੀ ਫਸਟ ਡੇ ਫਸਟ ਸ਼ੋ ਦੇਖਣ ਚਲੀ ਜਾਣੀ। ਬਟ ਹੋਰ ਇਸ ਤੋਂ ਇਲਾਵਾ ਸ਼ੈਤਾਨੀਆਂ ਹੋਰ ਕੋਈ ਨਹੀਂ, ਨਾ ਹੀ ਉਸ ਪਾਸੇ ਦੇਖਿਆ। ਪਤਾ ਹੀ ਸੀ ਨਾ ਘਰ ਦਾ ਮਾਹੌਲ। ਬਿਲਕੁਲ ਬਿਲਕੁਲ। ਤੇ ਫਿਰ ਬਾਕੀ ਤੁਹਾਡਾ ਜਿਹੜਾ ਰੁਝਾਨ, ਰੁਚੀਆਂ ਸੀਗੀਆਂ ਉਹ ਵੱਖਰੀ ਕਿਸਮ ਦੀਆਂ ਸੀਗੀਆਂ, ਕਿਉਂਕਿ ਤੁਸੀਂ ਇੱਕ ਆਮ ਲੜਕੀ ਦੀ ਤਰ੍ਹਾਂ ਜ਼ਿੰਦਗੀ ਨਹੀਂ ਜਿਉਈ ਹੈਗੀ ਵਾਲੀ, ਹੈ ਨਾ? ਬਿਲਕੁਲ ਨਹੀਂ ਜੀ। ਮੈਮ, ਸਭ ਤੋਂ ਪਹਿਲਾਂ ਕਵਿਤਾ ਪਸੰਦ ਆਈ ਕਿ ਕਵਿਤਾ ਹੀ ਲਿਖਣਾ? ਉਸ ਤੋਂ ਬਿਨਾਂ ਕਦੇ ਕੋਈ ਹੋਰ ਖਿਆਲ ਆਇਆ, ਕਹਾਣੀ ਬਲ ਬਦਨਾ ਜਾਂ ਕੁਝ ਹੋਰ? ਕਦੇ ਵੀ ਨਹੀਂ ਆਇਆ, ਪਤਾ ਨਹੀਂ ਕਿਉਂ। ਬਸ ਉਹ ਜੋ ਭਾਵ ਆਏ ਦਿਲ ਵਿੱਚ ਉਹ ਕਵਿਤਾ ਦੇ ਰੂਪ ਵਿੱਚ ਹੀ ਬਾਹਰ ਆਏ। ਕਦੇ ਹੋਰ ਕੋਈ। ਹੁਣ ਮੈਂ ਸੰਸਮਰਣ ਥੋੜੇ ਜਿਹੇ ਲਿਖੇ ਨੇ, ਜਦੋਂ ਮੈਨੂੰ ਯਾਦ ਆਉਂਦੀ ਹੈ ਪੁਰਾਣੀਆਂ ਗੱਲਾਂ ਫਾਦਰ ਦੀਆਂ ਜਾਂ ਜਿਕਨ ਆਪ ਬੀਤੀਆਂ ਕੋਈ ਵੀ ਹੋਈਆਂ ਨੇ, ਤੇ ਉਹ ਫਿਰ ਸੰਸਮਰਣ ਥੋੜੇ ਜਿਹੇ ਮੈਂ ਲਿਖੇ, ਛਪੇ ਵੀ ਨੇ ਇਧਰ ਇੱਕ ਦੋ ਚਾਰ।
ਬਟ ਕਹਾਣੀਆਂ ਵੀ ਲਘੂ ਕਥਾਵਾਂ ਉਹ ਵੀ ਮੇਰੇ ਸੰਸਮਰਨ ਟਾਈਪ ਹੀ ਨੇ ਸਮਝੋ, ਪਰ ਉਹ ਲਘੂ ਕਥਾ ਦੇ ਰੂਪ ਵਿੱਚ ਜਿਹਨੂੰ ਅਸੀਂ ਕਹਿੰਦੇ ਆ ਕਿ ਲਘੂ ਕਹਾਣੀਆਂ, ਮਿੰਨੀ ਕਹਾਣੀ, ਉਹ ਵੀ ਤੁਸੀਂ ਲਿਖਦੇ ਰਹੇ। ਹਾਂਜੀ। ਪਹਿਲੀ ਕਹਾਣੀ ਕਿਹੜੀ ਸੀ? ਪਹਿਲੀ ਕਹਾਣੀ ਸੀ ਕਿਹੜੀ, ਬਹੁਤ ਸਾਰੀਆਂ ਲਿਖੀਆਂ ਨੇ। ਖਾਸ ਵਿਸ਼ਾ ਹੋਵੇ ਕਿ ਅਸੰਤਾਨ। 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 ਬਈ ਸੰਤਾਨ ਹੁੰਦੇ ਹੋਏ ਵੀ ਮਾਂ ਬਾਪ ਨੂੰ ਮਤਲਬ ਇਤਨਾ ਦੁੱਖ ਝੇਲਣਾ ਪਿਆ। ਔਰ ਕਿਉਂਕਿ ਮੈਂ ਜਿਕਨ ਹੁਣ ਆਪਣੀ ਸਿਰਫ ਦੇਖੋ, ਹੁਣ ਕਵੀ ਦਾ ਮਨ ਕੀ ਹੁੰਦਾ, ਕਵੀ ਦਾ ਮਨ ਹੁੰਦਾ ਕਿ ਬਈ ਤੁਸੀਂ ਜੋ ਵੀ ਆਪ ਮਹਿਸੂਸ ਕਰ ਰਹੇ ਹੋ, ਜੋ ਆਸ-ਪਾਸ ਦੇਖ ਰਹੇ ਹੋ, ਉਹਨੂੰ ਵੀ ਤੇ ਮਹਿਸੂਸ ਕਰੋਗੇ ਨਾ। तो सिर्फ आप बीती नहीं, जग बीती भी तो होंदे है। हाँ, बिल्कुल है ना। तो आस पास देख के बड़ा अफसोस होंदा सी कि मतलब ਤੁਹਾਨੂੰ ਜਨਿਆ ਮਾਂ ਬਾਪ ਨੇ, ਤੁਹਾਡੀ ਦੇਖਭਾਲ ਕੀਤੀ, ਇਤਨਾ ਵੱਡਾ ਕੀਤਾ, ਔਰ ਤੁਸੀਂ ਮਤਲਬ ਇਤਨੇ ਆਸਾਨ ਫਰਾਮੋਸ਼ ਕਿ ਸਭ ਕੁਝ ਭੁੱਲ ਕੇ ਤੁਸੀਂ ਡਿਊਟੀ ਵੀ ਨਹੀਂ ਸਮਝੇ। चलो दूसरा ना सही, एहसान ना करो, पर अपना फर्ज समझ के। वाकई मैम ये गलबात बहुत रोचक है। ਆਪਾਂ ਗੱਲ ਕਰ ਰਹੇ ਸੀ ਕਵਿਤਾ ਦੀ, ਆਪਾਂ ਉਹਨੂੰ ਅੱਗੇ ਵਧਾਈਏ। ਆਪਾਂ ਗੱਲ ਕਰ ਰਹੇ ਸੀ ਕਿ ਕਵਿਤਾ ਦੀ। ਹਾਂਜੀ। ਤੇ ਮੈਂ ਤੇ ਇਹ ਕਹਿੰਨੀ ਆ ਕਿ ਕਵਿਤਾ ਜਿਹੜੀ ਹੈ ਉਹ ਦਿਲੋਂ ਜੋ ਫੁੱਟ ਪਏ, ਆਪ ਮੁਹਾਰਾ ਹਾੜੇ ਜਜ਼ਬਾਤਾਂ ਦਾ, ਜਿਹੜੇ ਅਹਿਸਾਸ ਦਿਲੋਂ ਫੁੱਟ ਪੈਣ, ਹੈ ਨਾ, ਉਹ ਕਵਿਤਾ ਬਣ ਕੇ ਬਾਹਰ ਨਿਕਲਦੇ ਨੇ। ਜ਼ਰੂਰੀ ਨਹੀਂ ਹਰ ਇੱਕ ਵਾਸਤੇ, ਮੇਰੇ ਵਾਸਤੇ, ਬਿਲਕੁਲ ਮੇਰੇ ਵਾਸਤੇ ਕੋਈ ਦੁੱਖ ਹੈ ਉਹ ਵੀ ਬਾਹਰ ਨਿਕਲਦਾ ਹੈ ਇਸੇ ਤਰੀਕੇ। ਗੁੱਸਾ ਰੋਸਾ ਵੀ ਮੇਰਾ ਇਸੇ ਤਰ੍ਹਾਂ ਹੀ ਨਿਕਲਦਾ, ਕਿਉਂਕਿ या तो फिर लड़ाई करो, तो मैं शब्दां नाल ही लड़ाई करके बाहर काट छड़दी हां। ये सोहना जरिया हैगा एक, बस सब तो अच्छा है, शांति बनी रहंदी है ना सब तरफ, ਤੁਹਾਡੇ ਅੰਦਰ ਵੀ और आस-पास भी। ਬਿਲਕੁਲ ठीक है ना। खुशी है, खुशी वेले ते खैर बहुत ਮੈਨੂੰ याद है मेरी जब ग्रैंड डॉटर होने वाली सी, मेरी कितनी ही कवितावां बन गईयां, है ना, क्योंकि बहुत ही मतलब ਉਹ वाला ਜਿਹੜਾ फील ਹੁੰਦਾ है ना कि ਉਹ कोई कंपेयर नहीं कर सकता उसनों। बिल्कुल है ना। और वो परियां वर्गी मेरे को जब ग्रैंड डॉटर आई उस वेले, फिर उस तो लैके अज तक बथेरियां सिर्फ उससे ते ही लिखिया, मतलब परिस्तान बना लिया अपनी कवितावां। बिल्कुल बिल्कुल वो मैं कहनी हां वो ऐसी परी है जिसने मैनू मतलब कढ़िया नवी दुनिया दिखाई है। ठीक है ना। नहीं तो बड़ी सुंगड़ी गई सी मेरी जिंदगी एक्चुअली, कुछ टाइम तक बहुत सुंगड़ गई सी, ते ਉਹ ਮੈਂ ਅੰਦਰੋਂ ਅੰਦਰ ਬੜੀ ਨਾ ਕਸਮਸਾ ਰਹੀ ਸੀ ਜੀ। ਪਰ ਉਹ ਉਹਦੇ ਆਉਣ ਦੀ ਖਬਰ ਆਈ ਔਰ मतलब उसने ਮੈਨੂੰ ਇੱਥੋਂ ਉਡਾ ਕੇ ਇੰਗਲੈਂਡ ਪਹੁੰਚਾ ਦਿੱਤਾ, और फिर ਤੇ लगातार आज तक ਹੁਣ ਵਾਕਈ ਪਰੀ ਹੈ ਨਾ। ਹਾਂ ਪਰੀ ਹੈ ਨਾ। उसने मेरे भी ਤੇ ਖੰਭ ਲਗਾਤੇ ਨਾ। ਬਿਲकुल ਤੇ ਉਹਨਾਂ ਖੰਭਾਂ ਨਾਲ ਹੀ ਮੈਂ ਉੜਦੀ ਗਈ, ਅੱਜ ਤੱਕ ਉੜ ਰਹੀ ਹਾਂ ਜੀ। ਬਿਲਕੁਲ ਬਸ ਸਾਡੀਆਂ ਦੁਆਵਾਂ ਨੇ ਕਿ ਹਮੇਸ਼ਾ ਇਸੇ ਤਰ੍ਹਾਂ ਉਡਾਨ ਭਰਦੇ ਰਹੋ। ਮੈਮ ਦਰਸ਼ਕਾਂ ਦੇ ਨਾਲ ਆਪਣੀ ਕਵਿਤਾ ਦੀ ਸਾਂਝ ਪਾਓ। ਕਵਿਤਾ ਤੇ ਮੈਂ ਤੁਹਾਨੂੰ ਚਲੋ ਹੁਣ ਮੈਂ ਆਪਣੀ ਪੋਤੀ ਦੀ ਗੱਲ ਕਰੀ ਹੈ, ਹਾਂ, ਤੇ ਆਪਣੇ ਬਚਪਨ ਦੀ ਵੀ ਮੈਂ ਤੁਹਾਨੂੰ ਜ਼ਰੂਰ ਸੁਣਾਵਾਂਗੀ। ਚਲੋ ਮੈਂ ਪਹਿਲੇ ਹਿਰਦਾ ਬਚਪਨ ਸੁਣਾਉਂਦੀ। ਤੇ ਉੜਦੀ ਫਿਰਦੀ ਮਲੰਗੀ ਚਾਲ, ਉੜਦੀ ਫਿਰਦੀ ਮਲੰਗੀ ਚਾਲ, ਮੈਂ ਬਚਪਨ ਜਿਉਂਦਾ ਰੱਖਣਾ ਹੈ। ਨਹੀਂ ਚਾਹੀਦੇ ਮੈਨੂੰ ਕੋਈ ਜੰਜਾਲ, नहीं चाहिए मैनू कोई जंजाल, मैं हास्या नाल ही रहना है। मैं तो उड़दे टपदे रहना है, बस बचपन जिउंदा रखना है। वाह जी वाह। मुस्काना दे बल बनाई टाल, मुस्काना दे बल बनाई टाल, खारे अथरुआं ना लंघ पाना है। वगदे दरिया दा रुख बदल, मैं बचपन जिउंदा रखना है। वाह। रोड़े पत्थर लंघदी कर तेज में चाल, मैं तो सीना तकड़ा रखना है। हर छू कपा प्रतीत होवे, क्योंकि बचपन जिउंदा रखना है। सदके सज्जन मित्रां दी संगतां नूं वेला सोहना ही लंघ जाना है। सुख सागर विच सब दर्द रोड़, मैं बचपन जिउंदा रखना है। वाह जी वाह। उड़दी फिरां मलंगी चाल, मैं बचपन जिउंदा रखना है। उस अकाल पुरख दियां असीसां नाल हर पल विस्मादी ही रहना है। वाह जी वाह, क्या बात, विस्मादी ही रहना है। मैं अपनी कोई ਪਹਿਲਾਂ ਦੀ ਮੁੱਢਲੇ ਸਮੇਂ ਦੀ ਕੋਈ ਕਵਿਤਾ ਯਾਦ ਹੋਵੇ ਤੁਹਾਨੂੰ, ਉਹ ਵੀ ਤੁਸੀਂ ਸੁਣਾ ਸਕਦੇ। ਉਹ ਫਿਰ ਮੇਰੀਆਂ ਫਿਰ ਉਹ ਇੰਗਲਿਸ਼ ਔਰ ਹਿੰਦੀ ਦੀਆਂ ਜੀ ਹੈ ਨਾ ਜੀ ਉਹ ਹੋ ਜਾਂਦੀਆਂ ਨੇ ਜੀ।
ਤੇ ਮੈਂ ਜਿਹੜੀ ਸ਼ੁਰੂਆਤ ਕੀਤੀ ਮੈਂ ਇਹ ਮੇਰੇ ਹਰਫਾਂ ਤੋਂ ਤੇ ਮੇਰੇ ਹਰਫ ਮੈਂ ਲਿਖਣਾ ਚਾਹੁੰਦੀ ਹਾਂ ਹਰ ਪਲ ਹਰ ਸਾਹ ਮੈਂ ਲਿਖਣਾ ਚਾਹੁੰਦੀ ਹਾਂ ਹਰ ਪਲ ਹਰ ਸਾਹ ਮੈਂ ਲਿਖਣਾ ਚਾਹੁੰਦੀ ਹਾਂ ਅੰਨ੍ਹੇਵਾਹ ਵਾਹ ਸ਼ਬਦ ਪਏ ਕੁਰਲਾਣ ਹੇਠੋਂ ਉੱਪਰ ਉੱਪਰੋਂ ਹੇਠਾਂ ਇੱਕ ਦੂਜੇ ਨੂੰ ਮਿੰਦਦੇ ਜਾਣ ਜਾਣ ਉਹ ਅੰਨ੍ਹੇਵਾਹ ਇਹ ਪਾਗਲ ਚੱਲੇ ਹਰਫ ਜੋ ਰੁਕਦੇ ਕਾਗਜ਼ ਉੱਤੇ ਹਰਫ ਜੋ ਰੁਕਦੇ ਕਾਗਜ਼ ਉੱਤੇ ਉਹ ਜਾਨੀ ਦਿਲ ਦਾ ਕੱਖ ਨਾ ਸਮਝੇ ਰੂਹ ਮੇਰੀ ਵਿੱਚ ਛਪਦੇ ਜਾਂਦੇ ਇਹ ਜੋ ਅੱਖਰ ਸਮਝ ਨਾ ਆਉਂਦੇ ਤੜਪਣ ਇਹ ਪਲਸੀਟੀਆਂ ਪਾਉਂਦੇ ਤਕਣੀ ਨੂੰ ਮੁਹਤਾਜ ਨਹੀਂ ਹੁੰਦੇ ਬਸ ਇਹ ਪਾਗਲ ਚੱਲੇ ਬਾਜਾਂ ਵਰਗੀ ਮਾਰੀ ਉਡਾਰੀ ਬਾਜਾਂ ਵਰਗੀ ਮਾਰੀ ਉਡਾਰੀ ਆਉਣ ਨਾ ਥੱਲੇ ਵਾਜਵੀ ਮਾਰੀ ਪਾਵੇ ਨਾ ਕੋਈ ਇਹਦੀ ਥਾ ਔਖੇ ਔਖੇ ਆਵਣ ਸਾ ਪਕੜੋ ਪਕੜੋ ਉੱਡੀ ਜਾਂਦੇ ਇਹ ਪਾਗਲ ਚੱਲੇ ਹਾਏ ਹਾਏ ਪਾਗਲ ਚੱਲੇ ਪਾਗਲ ਕਰਤਾ ਤੁਸੀਂ ਸੱਚੀ ਕੀ ਤੇ ਹਰਫਾਂ ਨੂੰ ਇਸ ਤਰ੍ਹਾਂ ਖਿਆਲ ਲੈ ਕੇ ਆਏ ਹੋ ਕਈ ਵਾਰੀ ਹੁੰਦਾ ਨਾ ਕਿ ਤੁਸੀਂ ਬਹੁਤ ਕੁਝ ਲਿਖਣਾ ਚਾਹੁੰਦੇ ਹੋ ਉਹ ਜਿਹੜੇ ਅੱਖਰ ਹੁੰਦੇ ਨੇ ਨਾ ਕਈ ਵਾਰ ਉਹ ਇੱਕ ਤੇ ਕਈ ਵਾਰ ਖਿਆਲ ਹੁੰਦਾ ਉਹ ਖਿਆਲ ਆਉਂਦਾ ਔਰ ਉੜ ਜਾਂਦਾ ਠੀਕ ਹੈ ਤੁਸੀਂ ਉਹਨੂੰ ਫੜਨਾ ਚਾਹੁੰਦੇ ਹੋ ਪਰ ਉਹ ਕਾਬੂ ਹੀ ਨਹੀਂ ਆਉਂਦਾ ਕਈ ਵਾਰੀ ਖਿਆਲ ਆ ਜਾਂਦਾ ਹੈ ਤੁਹਾਨੂੰ ਅੱਖਰ ਨਹੀਂ ਆਉਂਦੇ ਤੇ ਫਿਰ ਉਹ ਫਰਸਟ੍ਰੇਸ਼ਨ ਬਿਲਕੁਲ 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 ਫਿਰ ਉਹ ਹੁੰਦੀ ਹੈ ਤੇ ਜਿਹੜੀ ਮੈਂ ਬਹੁਤ ਸਾਲਾਂ ਪਹਿਲੇ ਮੈਂ ਤੁਹਾਨੂੰ ਦੱਸਿਆ ਬਹੁਤ ਸਾਰੇ ਸਾਲ ਮੇਰੇ ਸੁੰਗੜ ਗਏ ਸੀ ਮੇਰੀ ਮਦਰ ਇਨ ਲਾ ਬੈਡਰਿਡਨ ਸਨ ਤੇ ਮੈਂ ਆਪਣਾ ਪਹਿਲੇ ਤੇ ਜੌਬ ਛੱਡੀ ਸੀ ਉਸ ਤੋਂ ਬਾਅਦ ਮੈਂ ਆਪਣੇ ਹਸਬੰਡ ਨੂੰ ਵੀ ਬਿਜ਼ਨਸ ਜੁਆਇਨ ਕੀਤਾ ਫਿਰ ਉਹ ਵੀ ਛੋੜ ਕੇ ਫਿਰ ਮੈਂ ਹਾਲਾਂਕਿ ਉਹਨਾਂ ਦੇ ਅਟੈਂਡੈਂਟ ਸਨ ਪਰ ਮੈਂ ਉਹਨਾਂ ਦੀ ਵਾਸਤੇ ਫਿਰ ਮੈਂ ਘਰ ਹੀ ਰਹਿੰਦੀ ਸੀ ਕਿਉਂਕਿ ਸੁਪਰਵਿਜ਼ਨ ਕੋਈ ਚਾਹੀਦਾ ਤਾਂ ਬਹੁਤ ਅੰਦਰ ਕੁਲਬਲਾਹਟ ਰਹਿੰਦੀ ਸੀ ਔਰ ਬਹੁਤ ਸਾਰੀਆਂ ਤਾਂ ਰਚਨਾਵਾਂ ਲਿਖੀਆਂ ਤਾਂ ਲਿਖਿਆ ਸੀ ਇੱਕ ਵਕਤ ਛਲਾਵਾ ਖਾਲੀ ਬੈਠੀ ਮੈਂ ਬਸ ਤਖਤੀ ਚਹੂੰ और टटोलती दिन रात शाम और भोर कब वक्त हाथ आए लिखूं मैं कुछ और खाली हूँ हर पल पर हर खाली पल के रुझान कई और अनगिनत तहों में दब सी गई है मेरे शब्दों की डोर जो अक्षर एक लिखूं एक आवाज है कानों में पड़ती कहाँ हो मुझे छोड़ कहाँ हो जाती हड़बड़ा मैं कलम छोड़ फर्जों की तरफ मुड़ जाती उंगलियां बर्फानी सी हो जाती क्या लिखूं कहाँ लिखूं स्मरण कुछ ना आवे बस यहाँ बैठूं वहाँ बैठूं पर वक्त हाथ ना आवे वक्त बहुत खूबसूरत कमाल सो बस उस वेले ऐसा ही फेज चल रहा सी कि दिल दे अंदर ही ना गहराइयां तो निकली हुई कविता है वो बस समझ ही नहीं सी आंदा कि किस तरीके नाल तुसी अपना सो ਉਹ ਕਰੋ ਜੀ ਸੋ ਚਲੋ ਮੈਂ ਹੁਣ ਇੱਕ ਤੁਹਾਨੂੰ ਮੈਂ ਇੰਗਲਿਸ਼ ਦੀ ਵੀ ਸੁਣਾ ਜੀ ਜ਼ਰੂਰ ਮੈਮ ਇਹ ਹੈਗੀ ਮੈਮ ਵੂਮਨ ਉੱਪਰ ਇਸਤਰੀ ਉੱਪਰ ਲਿਖੀ ਹੈ ਦ ਲੂਮ ਆਫ ਲਵ ਓ ਵੂਮਨ ਹਾਊ ਡੂ ਆਈ ਮੈਜ਼ਰ ਯੋਰ ਸਬਸਟੈਂਸ ਓ ਵੂਮਨ how do I measure your substance from being a princess just up and leave tied to a harness mera bhi parchhawa hai na vich brave the diversities yield to demands yet aplomb and style your signature marks with whispers from the flute of heart flows the love a musical start pliant doe like need yourself for the loves of heart shedding your wings tethered you spin the loom of love culture again wins dreams die within culture wins dream die within ਲੱਗਦਾ ਕਿ ਕੋਈ ਚਰਖਾ ਕੱਤੀ ਮਟਿਆਰ ਦੀ ਗੱਲ ਹੈ ਕੋਈ ਮਟਿਆਰ ਗੱਲ ਕਰਦੀ ਦੇਖੋ ਜਿਹੜੇ ਸੁਪਨੇ ਵੀ ਆਪਾਂ ਬੁਣਦੇ ਆ ਕੱਤਦੇ ਆ ਚਰਖੇ ਤੋਂ ਘੱਟ ਤੇ ਨਹੀਂ ਹੈ ਨਾ ਬਹੁਤ ਖੂਬਸੂਰਤ ਖਿਆਲ ਬੁਣੀ ਜਾਂਦੇ ਆ ਬੁੜੀ ਜਾਂਦੇ ਆ है ना कोई बन जाता है कपड़ा कोई नहीं बन पाता कई बार वो धागे भी प्यारे लगते हैं धागे भी बिल्कुल रंग बिरंगे धागे ते बन ही जाते हैं
ਤੇ ਬਸ ਇਸ ਫਿਰ ਅਸੀਂ ਉਹਨੂੰ ਤਰੀਕੇ ਗੁੱਟਾਂ ਤੇ ਵੀ ਸਜਾ ਲੈਂਦੇ ਆ ਨਾ, ਗੁੱਟਾਂ ਤੇ ਸਜਾ ਕੇ ਫਿਰ ਅਸੀਂ ਤਾਂ ਰੰਗ ਮਾਣਦੇ ਆ। ਨਾ ਜੀ, ਅਸੀਂ ਉਹਨਾਂ ਦੀ ਕਢਾਈਆਂ ਵੀ ਤੇ ਕੱਢ ਲੈਨੇ ਆ। ਹਾਂ ਬਿਲਕੁਲ ਬਿਲਕੁਲ ਮੈਮ, ਬਹੁਤ ਖੂਬਸੂਰਤ। ਹਾਂਜੀ ਮੈਮ, ਜਿੱਦਾਂ ਆਪਾਂ ਕਵਿਤਾ ਦਾ ਇੱਕ ਬਹਾਅ ਚੱਲ ਰਿਹਾ ਸੀ, ਆਪਾਂ ਉਹਨੂੰ ਫਿਰ ਉਸੇ ਤਰ੍ਹਾਂ ਨਿਰੰਤਰ ਜਾਰੀ ਕਰੀਏ ਤੁਹਾਡੀ ਕਵਿਤਾ ਦੇ ਹਵਾਲੇ ਨਾਲ। ਮੈਂ ਹੁਣ ਜਿਕਨ ਆਪਣੀ ਪੋਤੀ ਦੀ ਗੱਲ ਕਰੀ ਜੀ, ਤੇ ਉਹਦੀ ਇੱਕ ਉਸਦੇ ਉੱਪਰ ਜਿਹੜੀ ਲਿਖੀ, ਇੱਕ ਆਪਣੇ ਉੱਪਰ ਹੀ ਹੈ ਸਮਝੋ, ਜਾਂ ਬਚਪਨ ਮਾਇਰਾ ਨਾਲ, ਮਾਇਰਾ ਮੇਰੀ ਪੋਤੀ ਦਾ ਨਾਮ ਹੈ। ਹਾਂ, ਇੱਕ ਵਾਰ ਫੇਰ ਜਿਉਂਦੀ ਪਈਆਂ ਆਪਣਾ ਬਚਪਨ, ਸਾਲ ਸਵਾ ਸਾਲ ਦੀ ਸੀ। ਇੱਕ ਵਾਰ ਫੇਰ ਜਿਉਂਦੀ ਪਈਆਂ ਆਪਣਾ ਬਚਪਨ, ਡੋਲਦੀ ਡਗਮਗ ਡਗਮਗ ਫਿਰ ਤੋਂ ਚੱਲਣ ਦੀ ਜਾਚਾਂ ਸਿੱਖ ਰਹੀਆਂ। ਅੱਖਰਾਂ ਨੂੰ ਜੋੜ ਤੋੜ ਤੋਤਲੇ ਤੋਤਲੇ ਮਿੱਠੇ ਬੋਲ ਫਿਰ ਤੋਂ ਉਕਰ ਰਹੀ ਹਾਂ। ਇਹ ਜੋ ਤੋਹਫਾ ਹੱਥੇ ਆਇਆ, ਇਹ ਜੋ ਤੋਹਫਾ ਹੱਥੇ ਆਇਆ, ਬੇਸ਼ਕੀਮਤੀ ਕੋਈ ਨੂਰ ਹੈ। ਹਰ ਪਲ ਮੋਤੀਆਂ ਵਾਂਗ ਜਾਪਦਾ ਹੈ, ਬਸ ਉਹਨਾਂ ਪਲਾਂ ਦਾ ਹੀ ਇੱਕ 9 ਲੱਖਾਂ ਜੜ ਰਹੀ ਹਾਂ ਮੈਂ। ਕੱਲ ਮੈਨੂੰ ਹੈ ਇਲਮ, ਕੱਲ ਫਿਰ ਕੱਲਾ ਅਤੇ ਉਦਾਸ ਹੋਵੇਗਾ। ਮੈਨੂੰ ਹੈ ਇਲਮ, ਕੱਲ ਫਿਰ ਕੱਲਾ ਅਤੇ ਉਦਾਸ ਹੋਵੇਗਾ। ਉਸ ਕੱਲ ਦਾ ਕੋਈ ਪਰਛਾਵਾਂ ਵੀ ਇਸ ਅੱਜ ਤੇ ਪੈਣ ਨਾ ਦੇ ਰਹੀ ਹਾਂ ਮੈਂ। ਬਸ ਅੱਜ ਅਲਮਸਤ ਜਈ ਇਸ ਨੱਚਦੀ ਟੱਪਦੀ ਤਿਤਲੀ ਨਾਲ, ਇਸ ਮਹਿਕ ਦੇ ਗੁਲਸ਼ਨ ਵਿਚਕਾਰ ਇੱਕ ਤ੍ਰਿਪਤ ਮਾਲੀ ਜਈ ਮਦਮਸਤ ਹੋ ਰਹੀ ਹਾਂ ਮੈਂ। ਮਦਮਸਤ ਹੋ ਰਹੀ ਹਾਂ। ਵਾਕਈ ਕਵਿਤਾ ਮਦਮਸਤ ਕਰ ਰਹੀ ਹੈ ਤੁਹਾਡੀ। ਖੂਬਸੂਰਤ ਖੂਬਸੂਰਤ। ਮੈਮ, ਜਿਵੇਂ ਕਵਿਤਾ ਦੇ ਸਰੋਕਾਰ ਬਣਦੇ ਆ ਜਦੋਂ ਅਸੀਂ ਬਿੰਬ ਪ੍ਰਤੀਕਾਂ ਦੀ ਗੱਲ ਕਰਦੇ ਆ, ਹੈ ਨਾ, ਕੋਈ ਨਾ ਕੋਈ ਚੀਜ਼ ਹੁੰਦੀ ਹੈ, ਵਾਤਾਵਰਨ ਹੁੰਦਾ ਜਾਂ ਕੋਈ ਇਨਸਾਨ ਹੁੰਦਾ, ਕੋਈ ਰਿਸ਼ਤਾ ਹੁੰਦਾ, ਜਾਂ ਫਿਰ ਆਪਾਂ ਕਹਿ ਦਈਏ ਕੋਈ ਹਸਤੀ ਹੁੰਦੀ ਹੈ। ਤੁਸੀਂ ਪਹਿਲਾਂ ਕਿਹੜੇ ਕਵੀਆਂ ਨੂੰ ਪੜ੍ਹਦੇ ਰਹੇ ਹੋ? ਮੈਂ ਅਸਲ ਵਿੱਚ ਤੇ ਦੇਖੋ, ਜਦੋਂ ਲਿਟਰੇਚਰ ਪੜ੍ਹੀ ਕਿ ਸ਼ੈਲੀ ਔਰ ਇਹ ਸਾਰੇ ਹੀ ਹੁੰਦੇ ਸੀ, ਹੈ ਨਾ, ਪਰ ਉਸ ਤੋਂ ਬਾਅਦ ਮਤਲਬ ਜਦੋਂ ਸ਼ਾਦੀ ਹੋ ਗਈ ਸਭ ਛੁੱਟ ਗਿਆ ਥੋੜਾ ਟਾਈਮ, ਕਿਉਂਕਿ ਪਰਿਵਾਰ ਬਹੁਤ ਵੱਡਾ ਸੀ ਔਰ ਮਾਹੌਲ ਬਿਲਕੁਲ ਅਲੱਗ ਹੀ ਸੀ। ਠੀਕ ਹੈ ਨਾ, ਉਹ ਫਿਰ ਜੁੜਾਵ ਰਿਹਾ। ਇਹ ਤੇ ਬਸ ਜੋ ਨਿਕਲਦੇ ਗਏ ਸੋ ਬਣਦੇ ਗਏ। ਠੀਕ ਹੈ, ਉतना जुड़ाव भी नहीं रहा, उतना पढ़िया भी नहीं। पर फिर मैं टीचिंग ज्वाइन कर ली, क्योंकि मेरे टाइम ते या साडे घर दे माहौल विच ਇਹ ਸੀ ਕਿ ਕੁੜੀਆਂ ਕੰਮ ਨਹੀਂ ਸੀ ਕਰਦੀਆਂ। ਪਰ ਮੈਂ ਜਦੋਂ ਸਭ ਨੂੰ ਦੇਖਦੀ ਸੀ ਕਿ ਵਿਆਹ ਤੋਂ ਬਾਅਦ ਸਭ ਘਰ ਹੀ ਬੈਠੇ ਹੋਏ ਹੈ, ਔਰ ਮੈਂ ਮਤਲਬ ਬਹੁਤ ਅੰਦਰੋਂ ਨਾ ਤਿਲਮਿਲਾਉਂਦੀ ਸੀ ਕਿ ਇਹ ਮੈਂ ਇਸ ਤਰ੍ਹਾਂ ਨਹੀਂ ਰਹਿਣਾ, है ना, कुछ तो करना है। सिर्फ मैं जाके और 1.5-2 साल बाद एक मैं अखबार विच देखी ऐड न्यूज़पेपर विच टीचर वास्ते, तो मैं अप्लाई करता इंग्लिश टीचर वास्ते सी। मैं तो सिर्फ BA, मैं तो कोई B.Ed भी नहीं की हुई सी, और पोस्ट ग्रैड विच छुट गया सी क्योंकि फादर की बीमारी करके शादी भी जल्दी हो गई। सो मैं फिर अप्लाई किया, कॉल आ गई, इंटरव्यू कॉल, सिलेक्शन हो गया। ਹੁਣ ਕੌਣ ਦੱਸੇ ਘਰ ਵਿੱਚ ਨਾ, ਤੇ ਪਰ ਇਹ ਹੈ ਕਿ ਇੱਥੇ ਸੋਨੀ ਪਰਿਵਾਰ ਵਿੱਚ ਸਾਰੇ ਬਹੁਤ ਜ਼ਿਆਦਾ ਸਪੋਰਟਿਵ ਹੈ ਨਾ। ਵੱਡੇ ਭਾਈ ਸਾਹਿਬ ਨੇ ਮੈਨੂੰ ਸ਼ੁਰੂ ਤੋਂ ਹੀ ਕਿਹਾ ਸੀ ਕਿ ਬੇਟਾ ਘਰ ਨਾ ਬੈਠਣਾ। 2 ਬ੍ਰਦਰਸ ਹਨ, ਮੇਰੇ ਹਸਬੈਂਡ ਔਰ ਉਹਨਾਂ ਦੇ ਵੱਡੇ ਬ੍ਰਦਰ, ਬਹੁਤ ਸਭ ਤੋਂ ਵੱਡੇ। ਉਹਨਾਂ ਕਿਹਾ ਸੀ ਬੇਟਾ ਘਰ ਨਾ ਬੈਠਣਾ, ਕੁਛ ਨਾ ਕੁਛ ਮੇਰੇ ਆਫਿਸ ਆ ਜਾਇਆ ਕਰੋ। ਸੋ ਉਹਨਾਂ ਨੂੰ ਮੈਂ ਦੱਸਿਆ ਤੇ ਉਹ ਕਹਿਣਗੇ ਕੋਈ ਨਾ, ਆਰਾਮ ਨਾਲ ਜਾਓ ਜੀ। तो फिर मैं टीचिंग ज्वाइन करी और कुछ टाइम टीचिंग करी, तो फिर पढ़ाई लिखाई का थोड़ा जिहा वापस तो माहौल शुरू होया। पर उस तो बाद सानू इत्थे मूव करना पिया चंडीगढ़ जयपुर तो, ते वो भी छुट के फिर इत्थे मैं एप्टेक कंप्यूटर्स ज्वाइन करया एज एग्जामिनेशन कोऑर्डिनेटर। वो बिल्कुल ही अलग सी चीज़ मेरे वास्ते, बिल्कुल ना कंप्यूटर मैं कदे देखिया सी। पर चलो अच्छे सारे, वही मैं क्या ना, सारे दिलदार मिलते चले गए और सफ़र सुहाना होंदा चला गया, कारवां बनदा और कारवां बनदा चला गया। बहुत ही अच्छा वक्त। और हुन ते ये होंदा कि मैं पात्र साहब दा बहुत पसंद करदी हाँ। पात्र साहब दे उन्हां नूं मिलन दा भी बहुत वारी खुशनसीबी हुई। बिल्कुल बिल्कुल। और प्रोफैसर मोहन सिंह जी दियाँ बहुत अच्छियां ने, भाई वीर सिंह जी दियाँ बहुत अच्छियां ने, ਤੇ ਉਹ ਵਿੱਚ ਜੋ ਮਿਲਦਾ ਹੈ ਉਹਨਾਂ ਨੂੰ ਪੜ੍ਹੀ ਜਾਈਦੇ। ਤੇ
ਬਸ ਆਪਣੇ ਹੀ ਜਿਹੜੇ ਸਾਰੇ ਜਿਹੜੇ ਮਿੱਤਰ ਹੈਗੇ ਨੇ ਸਾਰੇ ਹੀ ਲਿਖਦੇ ਨੇ, ਸਭ ਦੀਆਂ ਪੁਸਤਕਾਂ ਹੈਗੀਆਂ ਤੇ ਸਭ ਨੂੰ ਪੜ੍ਹ ਕੇ ਬਹੁਤ ਕੁਝ ਸਿੱਖੀਦਾ, ਬਹੁਤ ਕੁਝ। ਮੈਮ ਤੁਹਾਡੀ ਕਿਤਾਬ ਹੈ ਉਫ ये मोह, क्या बात है, मतलब वाकई प्यार दी इंतहा जिन्हों कहते हैं। ਇਹ ਸਿਰਫ ਮੇਰੇ ਮੋਹ ਦੇ ਬੰਧਨਾਂ ਦੀ ਹੈ, ਇਹ ਮੇਰੀ ਪਲੇਠੀ ਕਿਤਾਬ ਹੈ। ਇਸ ਤੋਂ ਇਲਾਵਾ ਤੁਸੀਂ ਕਿਤਾਬਾਂ ਵੀ ਲਿਖੀਆਂ, ਅਨੁਵਾਦ ਵੀ ਕੀਤੇ, ਸੰਸਮਰਨ ਵੀ ਹੈ ਨਾ, ਔਰ ਤਾਰਨ ਗੁਜਰਾਲ ਦੀਆਂ ਕਹਾਣੀਆਂ ਵੀ ਤੁਸੀਂ ਅਨੁਵਾਦ ਕੀਤੀਆਂ। ਤਾਰਨ ਗੁਜਰਾਲ ਨੂੰ ਕਿਉਂ ਚੁਣਿਆ ਤੁਸੀਂ? ਨਹੀਂ ਚੁਣਿਆ ਮੈਂ ਨਹੀਂ, ਉਹਨਾਂ ਨੇ ਮੈਨੂੰ ਚੁਣਿਆ। ਅੱਛਾ, ਉਹਨਾਂ ਨੇ ਤੁਹਾਨੂੰ ਚੁਣਿਆ। ਠੀਕ। ਮੈਂ ਐਕਚੁਅਲੀ ਉਹ ਵੀ ਕਾਨਪੁਰ ਦੇ ਹੀ ਹੈਗੇ ਨੇ, ਔਰ ਸਾਡੇ ਘਰ ਤੋਂ ਥੋੜੀ ਦੂਰ ਰਹਿੰਦੇ ਸੀ, ਔਰ ਮੇਰੀ ਇੱਕ ਭਾਬੀ ਦੇ ਭੂਆ ਜੀ, ਤੇ ਅਸੀਂ ਭੂਆ ਜੀ ਹੀ ਉਹਨਾਂ ਨੂੰ ਬੋਲਦੇ ਸੀ। ਤੋ ਸ਼ੁਰੂ 'ਚ ਤੇ ਇਤਨਾ ਮੇਰਾ ਉਹਨਾਂ ਨਾਲ ਵਾਸਤਾ ਨਹੀਂ ਪਿਆ, ਕਿਉਂਕਿ ਕਾਲਜ ਗਏ ਆਏ, ਰਿਸ਼ਤੇਦਾਰਾਂ ਨਾਲ ਇਤਨਾ ਜ਼ਿਆਦਾ ਨਹੀਂ ਸੀ ਹੁੰਦਾ। ਇਹ ਵਿਆਹ ਤੋਂ ਬਾਅਦ ਜਦ ਇੱਥੇ ਵਿਆਹ ਤੋਂ ਬਾਅਦ ਨਹੀਂ, ਚੰਡੀਗੜ੍ਹ ਆ ਕੇ ਉਹ ਇੱਥੇ ਮੋਹਾਲੀ ਰਹਿੰਦੇ ਸੀ, ਫਿਰ ਤਾਂ ਮੇਲ ਜੋਲ ਵਾਪਸ ਸ਼ੁਰੂ ਹੋਇਆ ਤੇ ਉਹਨਾਂ ਨੇ ਮੈਨੂੰ ਆਪਣੀ ਕਿਤਾਬ ਦਿੱਤੀ ਤੇ ਮੈਂ ਉਸ ਵਿੱਚ ਰਾਹਤ ਉਹਨਾਂ ਦੀ ਪੜ੍ਹੀ, ਜੁਗਨੂओं का कब्रिस्तान ਸੀ ਕਿਤਾਬ, ਬਹੁਤ ਸੋਹਣੀ, ਇਤਨੇ ਅੱਛੇ ਸੰਸਮਰਨ ਹਨ ਨਾ ਕਿ ਦਿਲ ਨੂੰ ਛੂ ਜਾਂਦੇ ਨੇ। ਤੇ ਮੈਂ ਉਸ ਵਿੱਚੋਂ ਰਾਹਤ ਪੜ੍ਹੀ ਪਹਿਲਾਂ, ਕਿ ਛੋਟਾ ਸੀ ਉਹ ਚੈਪਟਰ, ਤੇ ਮੈਂ ਰਾਹਤ ਪੜ੍ਹੀ ਤੇ ਮੈਨੂੰ ਬਹੁਤ ਪਸੰਦ ਆਇਆ। ਮੈਂ ਉਸ ਨੂੰ ਦੁਬਾਰਾ, ਇਹ ਰਾਹਤ ਇੰਦੌਰੀ ਜੀ ਤੇ ਉਹਨਾਂ ਨੇ ਲਿਖਿਆ ਸੀ ਸੰਸਮਰਨ, ਤੇ ਮੈਂ ਉਸ ਨੂੰ ਦੁਬਾਰਾ ਜਦ ਪੜ੍ਹਿਆ ਤੇ ਮੈਂ ਉਸ ਨੂੰ ਹਿੰਦੀ 'ਚ ਲਿਖਤਾ। ਮੈਂ ਕਿ ਇਤਨਾ ਸੋਹਣਾ ਲੱਗ ਰਿਹਾ, ਮੈਂ ਹਿੰਦੀ 'ਚ ਲਿਖਤਾ। ਮੈਂ ਉਹਨਾਂ ਨੇ ਕਿਹਾ, ਮੈਂ ਭੂਆ ਜੀ ਇਹ ਦੇਖੋ ਮੈਂ ਹਿੰਦੀ, ਉਹਨਾਂ ਨੂੰ ਬਹੁਤ ਪਸੰਦ ਆਇਆ। ਕਹਿੰਦੇ ਨੇ ਬਈ ਤੂੰ ਤੇ ਮੇਰੀ ਬਾਕੀ ਵੀ ਕਰ। ਫਿਰ ਉਹ ਬਾਕੀ ਵੀ ਮੈਂ ਕਰਨੀ ਹੋਈ, ਕਾਫੀ ਕੀਤੀਆਂ ਨੇ ਉਹਨਾਂ ਦੀ, ਬਹੁਤ ਇਮੋਸ਼ਨਲ ਔਰ ਬੜੀਆਂ ਹੀ ਸੋਹਣੀਆਂ ਸੰਸਮਰਨ ਹੈਗੀਆਂ ਨੇ। ਬਟ ਜੁਗਨੂਆਂ ਦਾ ਕਬਰਿਸਤਾਨ ਜਿਹੜੀ ਉਹਨਾਂ ਦੇ ਦਿਲ ਦੇ ਬਹੁਤ ਕਰੀਬ ਸੀ, ਬਹੁਤ ਜ਼ਿਆਦਾ ਕਰੀਬ, ਕਿਉਂਕਿ ਉਹਨਾਂ ਦੀ ਬੇਟੀ ਦੇ ਬਾਰੇ ਪੂਰੀ ਕਹਾਣੀ ਸੀ। ਉਹਨਾਂ ਦੀ ਬੇਟੀ ਡੈਫਿਊਟ ਸੀ ਤੇ ਉਸ ਦੇ ਨਾਲ ਜਿਹੜੀ ਜ਼ਿੰਦਗੀ ਗੁਜ਼ਾਰੀ, ਉਸ ਦੇ ਜਿਹੜੇ ਖਿਆਲਾਤ, ਉਸ ਦੇ ਜਿਹੜੇ ਵੀ ਇਮੋਸ਼ਨ ਸਾਰੇ ਕਿਸ ਤਰ੍ਹਾਂ ਉਹਨਾਂ ਨੇ ਬੱਝੇ ਉਸ ਤੇ, ਉਸ ਨੂੰ ਮੈਨੂੰ 3-4 ਵਾਰ ਲਿਖਣਾ ਪਿਆ। ਤਾਂ ਉਹਨਾਂ ਨੇ ਮੈਨੂੰ ਉਸ ਦਾ ਗ੍ਰੀਨ ਸਿਗਨਲ ਦਿੱਤਾ, ਹੁਣ ਠੀਕ ਹੈ। ਤੇ ਇਹ ਦੱਸੋ ਉਹਨਾਂ ਦੀ ਖਾਸ ਕਹਾਣੀ ਜਿਹੜੀ ਤੁਹਾਡੇ ਦਿਲ ਨੂੰ ਬੜੀ ਟੁੰਬੀ ਹੋਵੇ ਕਿ ਇਹ ਖਾਸ ਹੈ, ਇਹ ਮੈਨੂੰ ਕਦੇ ਵੀ ਚੇਤੇ ਚੋਂ ਬਾਹਰ ਨਹੀਂ ਜਾਊਗੀ? ਇਹ ਜਿਹੜੀਆਂ ਨੇ ਨਾ, ਇਹ ਇੱਕ ਤੇ ਹੈਗੀ ਮਨੋਹਾਰ, ਮਨੇਵਾ ਉਹ ਸੀ ਕਿ ਜਿਹੜਾ ਉਹਨਾਂ ਦੇ ਪਿਤਾ ਦੇ ਨਾਲ ਉਹਨਾਂ ਨੇ ਜਿਹੜਾ ਵੀ ਆਪ ਬੀਤੀ ਸੀ, ਕੋਈ ਇਨਸੀਡੈਂਟ ਸੀ ਕਿ ਉਹ ਨਾਰਾਜ਼ ਹੋ ਗਏ, ਜਾਂ ਇੱਕ ਸੀ ਹਿੰਦੀ ਚੀਨੀ ਭਾਈ ਬਹੁਤ ਮਜ਼ੇਦਾਰ, ਜਿਹੜੀ ਉਹਨਾਂ ਦੀ ਉਹ ਵੀ ਬਹੁਤ, ਉਹ ਵੀ ਲਿਖੀ ਕਾਫੀ। ਤੇ ਮਨੇਵਾ ਵੀ ਨਹੀਂ ਭੁੱਲਦੀ, ਜੁਗਨੂਆਂ ਦਾ ਕਬਰਿਸਤਾਨ ਤੇ ਕਦੇ ਨਹੀਂ ਭੁੱਲ ਸਕਦਾ। ਈਵਨ ਇਹ ਰਾਹਤ, ਸਭ ਬਹੁਤ ਬੇਸ਼ਕੀਮਤੀ ਨੇ, ਬਹੁਤ ਹੀ ਅੱਛੇ ਨੇ। ਜੀ ਜੀ ਜੀ। ਤੇ ਮੈਮ ਕਦੇ ਕਵਿਤਾ ਦੇ ਵਿੱਚੋਂ ਲੱਗਿਆ ਵੀ ਕਿਤੇ ਕਹਾਣੀ ਵੱਲ ਥੋੜਾ ਜਿਹਾ ਹੋਇਆ ਜਾਵੇ? ਜਿਵੇਂ ਤੁਸੀਂ ਮਿੰਨੀ ਕਹਾਣੀ ਲਿਖੀ ਹੈ, ਮਿੰਨੀ ਕਹਾਣੀ ਦੇ ਜੋ ਸਰੋਕਾਰ ਕੀ ਰਹੇ ਨੇ? ਉਹ ਵੀ ਸਾਰੇ ਜਿਹੜੇ ਨੇ ਨਾ, ਜ਼ਿਆਦਾਤਰ ਫੈਮਿਲੀ ਮੈਟਰਸ ਦੇ ਨੇ, ਪਰਿਵਾਰ ਦੇ ਜਿਹੜੇ ਉਤਾਰ ਚੜਾਵ ਹਨ, ਜਾਂ ਜਿਕਣ ਸਾਡੇ ਵੇਲੇ ਕੁੜੀਆਂ ਤੇ ਬੜੀ ਸਖਤੀ ਵਰਤੀ ਜਾਂਦੀ ਸੀ, ਹੈ ਨਾ, ਔਰ ਕਾਨਪੁਰ ਦੇ ਮਾਹੌਲ, ਯੂਪੀ ਦੇ ਮਾਹੌਲ ਵਿੱਚ ਕੁੜੀਆਂ ਨੂੰ ਇਕੱਲੇ ਨਿਕਲਣਾ ਵੀ ਨਹੀਂ ਸੀ ਹੁੰਦਾ। ਤੇ ਉਸ ਮਾਹੌਲ ਦੀਆਂ, ਉਹਨਾਂ ਦੀ ਭਾਵਨਾਵਾਂ ਦੀਆਂ, ਜਾਂ ਜਿਕਣ ਵਿਗੜੀ ਕੁੜੀਆਂ ਜਿਹੜੀਆਂ ਕਿ ਘਰ ਵਿੱਚ ਮੇਲ ਮਿਲਾਪ ਨਹੀਂ ਰੱਖ ਸਕਦੀਆਂ, ਉਹਨਾਂ ਦੇ ਬਾਰੇ, ਇਹ ਸਾਰੇ ਪਰਿਵਾਰਿਕ ਚੀਜ਼ਾਂ ਨੇ ਜਿਹੜੀਆਂ ਮੇਰੀ ਲਘੂ ਕਹਾਣੀਆਂ ਦੇ, ਔਰ ਖਾਸ ਕਰਕੇ ਬਜ਼ੁਰਗਾਂ ਦੇ ਮੈਨੂੰ ਬਹੁਤ ਚੁਭਦੀ ਹੈ। ਵਾਕਈ ਮੈਮ, ਇਹ ਜਿਹੜੀ ਕਵਿਤਾ ਤੋਂ ਹੁਣ ਕਹਾਣੀ ਵੱਲ ਅਸੀਂ ਰੁਖ ਕੀਤਾ, ਇਹ ਰੌਚਕ ਹੋਣ ਵਾਲਾ। ਮੈਮ ਗੱਲ ਚੱਲ ਰਹੀ ਸੀ ਕਵਿਤਾ ਦੀ, ਕਵਿਤਾ ਤੋਂ ਕਹਾਣੀ ਵੱਲ ਦਾ ਸਫ਼ਰ ਸ਼ੁਰੂ ਹੋਇਆ, ਇਹਦੇ ਬਾਰੇ ਆਪਾਂ ਬਹੁਤ ਸੰਖੇਪ 'ਚ ਗੱਲਬਾਤ ਕਰਾਂਗੇ। ਇਹ ਵੀ ਮਤਲਬ ਕੋਈ ਐਸਾ ਸਫ਼ਰ ਉਸ ਤਰੀਕੇ ਦਾ ਨਹੀਂ ਹੋਇਆ ਕਿ ਮੈਂ ਜਾਣ ਕੇ ਕਿਹਾ ਕਿ ਮੈਂ ਹੁਣ ਕਹਾਣੀ ਲਿਖਦੀ ਹਾਂ, ਕਿ ਆਪ ਮੁਹਾਰੇ ਹੋਇਆ। ਹਾਂ, ਆਪੇ ਮੁਹਾਰੇ ਹੀ, ਬਸ ਉਹੀ ਕਿਸੇ ਨੇ ਉਹੀ ਕਿਹਾ ਕਿ ਭਈ ਥੋੜੀ ਜੀ ਲਘੂ ਕਥਾਵਾਂ ਲਿਖੋ, ਥੋੜਾ ਪਤਾ ਲੱਗੇ। ਤੇ ਉਹਨਾਂ ਨੇ ਮਤਲਬ ਇੰਜ ਸੀ ਨਾ ਕਿ ਕੋਈ ਨਾ ਕੋਈ ਟੌਪਿਕ ਦਿੱਤਾ ਹੈ, ਤਾਂ ਉਹ ਅਚਨਚੇਤ ਜਿਹੜਾ ਵੀ ਦਿਮਾਗ ਵਿੱਚ ਆਇਆ, ਜਿਹੜਾ ਜਚਿਆ, ਉਸ ਦੇ ਉੱਪਰ ਲਿਖ ਦਿੱਤਾ ਤੇ ਉਹ ਕਹਾਣੀ ਬਣ ਗਈ। ਛੋਟੀ ਛੋਟੀ ਕਹਾਣੀਆਂ ਬਥੇਰੀਆਂ ਬਣ ਗਈਆਂ, ਉਹ ਵੀ ਫਿਰ ਮਤਲਬ, ਪਰ ਉਤਨਾ ਰੁਝਾਨ ਮੈਨੂੰ ਅਜੇ ਵੀ ਨਹੀਂ ਹੋਇਆ। ਜਿਹੜੀਆਂ ਬਣ ਗਈਆਂ ਬਣ ਜਾਂਦੀਆਂ ਨੇ,
ਬਸ ਉਹੀ, ਪਰ ਕਹਾਣੀ ਉਤਨੀ ਜ਼ਿਆਦਾ ਨਹੀਂ, ਕਿਉਂਕਿ ਮੇਰੇ ਜਿਹੜੇ ਭਾਵ ਨੇ ਉਹ ਮੇਰੇ ਖਿਆਲ ਕਵਿਤਾ ਵਿੱਚ ਹੀ ਜ਼ਿਆਦਾ ਉਤਰਦੇ ਨੇ। ਬਿਲਕੁਲ ਬਿਲਕੁਲ ਮੈਮ, ਜਿੱਦਾਂ ਹੁਣ ਜ਼ਿਆਦਾਤਰ ਜਿਹੜਾ ਰੁਝਾਨ ਹੈਗਾ ਲੋਕਾਂ ਦਾ ਕਵਿਤਾ ਵੱਲ ਹੋ ਗਿਆ, ਗਜ਼ਲ ਵੱਲ ਹੋ ਗਿਆ, ਹੈ ਨਾ। ਪੰਜਾਬੀ ਡਾਇਸਪੋਰਾ ਦੀ ਗੱਲ ਕਰੀਏ, ਉੱਥੇ ਵੀ ਦੇਖਦੇ ਹਾਂ ਵਿਦੇਸ਼ਾਂ ਦੇ ਵਿੱਚ ਕਵਿਤਾ, ਹੈ ਨਾ, ਉਹਨੂੰ ਕਾਫੀ ਉਤਸ਼ਾਹ ਮਿਲ ਰਿਹਾ, ਕਵੀ ਦਰਬਾਰ ਹੁੰਦੇ ਆ, ਵੱਡੀਆਂ ਕਾਨਫਰੰਸਾਂ ਹੁੰਦੀਆਂ ਹੈਗੀਆਂ, ਹੈ ਨਾ। ਤੇ ਜਿਹੜੇ ਤੁਸੀਂ ਲਗਾਤਾਰ ਜੁੜੇ ਹੋਏ ਹੋ ਵਿਦੇਸ਼ਾਂ ਦੇ ਵਿੱਚ ਜਾ ਕੇ, ਉੱਥੇ ਵੀ ਕਵਿਤਾ ਦੇ ਨਾਲ ਤੁਸੀਂ ਜੁੜੇ ਹੋਏ ਹੋ, ਹੈ ਨਾ, ਮਹਿਫਲਾਂ ਲੱਗਦੀਆਂ ਨੇ। ਬਿਲਕੁਲ। ਕਿੱਦਾਂ ਦਾ ਤਜਰਬਾ ਹੈਗਾ, ਕੀ ਅਨੁਭਵ ਹੈਗਾ? ਇੱਕ ਤਾਂ ਰਵਾਇਤੀ ਕਵਿਤਾ ਹੋਗੀ, ਅੱਜ ਦੇ ਸਮੇਂ ਦੇ ਸੰਦਰਭ ਵਿੱਚ ਗੱਲ ਕਰੀਏ। ਮੈਨੂੰ ਅਸਲ ਵਿੱਚ ਇਤਨੀ ਉਮੀਦ ਨਹੀਂ ਸੀ ਕਿ ਇਤਨਾ ਜ਼ਿਆਦਾ ਮਤਲਬ ਉੱਥੇ ਹੋਏਗਾ, ਇੰਨਾ ਪੰਜਾਬੀਅਤ ਦਾ। ਕਿ ਜਦੋਂ ਮੈਂ ਯੂਕੇ ਗਈ ਹਾਂ ਤੇ ਯੂਕੇ ਵੀ ਬਹੁਤ ਘੱਟ ਹੋਇਆ ਔਰ ਖੂਬ ਅੱਛਾ ਕਵੀ ਦਰਬਾਰ ਸੱਜੇ ਨੇ, ਔਰ ਹਿੰਦੁਸਤਾਨ ਤੋਂ ਬਥੇਰੇ ਬੁਲਾਏ ਹੋਏ। ਇਹ ਬੜੇ ਆਨਰ ਦੀ ਗੱਲ ਸੀ, ਬਹੁਤ ਜ਼ਿਆਦਾ, ਕਿ ਹਿੰਦੁਸਤਾਨ ਵੀ ਬੜੇ ਬੁਲਾਏ ਹੋਏ, ਔਰ ਉਹਨਾਂ ਵਿੱਚ ਉਹਨਾਂ ਨੇ ਮੈਨੂੰ ਵੀ ਸ਼ਾਮਿਲ ਕੀਤਾ ਕਿ ਤੁਸੀਂ ਇੱਥੇ ਹੀ ਆਏ ਹੋਏ ਹੋ ਤੇ ਚਲੋ। ਤਾਂ ਬਹੁਤ ਅੱਛਾ, ਬਹੁਤ ਹੀ ਅੱਛਾ, ਦਿਲ ਖੁਸ਼ ਹੋ ਗਿਆ। ਤੇ ਕੈਨੇਡਾ ਵਿੱਚ ਤੇ ਖੈਰ ਪੁੱਛੋ ਹੀ ਨਾ। ਕੈਨੇਡਾ ਹੁਣ ਜਿਕਨ ਬਰੈਂਪਟਨ ਵਿੱਚ ਤੇ ਹਰ ਸੰਡੇ ਜਾਂ ਹਰ ਸੈਕਿੰਡ ਸੰਡੇ ਮਤਲਬ ਇਕੱਠ ਹੁੰਦਾ ਹੀ ਹੁੰਦਾ ਹੈ। ਕਦੇ ਹਿੰਦੀ ਵਾਲਿਆਂ ਦਾ ਹੋ ਜਾਂਦਾ ਤੇ ਕਦੇ ਪੰਜਾਬੀ ਵਾਲਿਆਂ ਦਾ ਹੋ ਜਾਂਦਾ, ਤੇ ਖੂਬ ਉੱਥੇ ਤੇ ਬਹੁਤ ਹੀ ਸੰਗਤ ਹੈ, खूब अपनी पंजाबियत ते बहुत ज़्यादा है और इतने ज़्यादा रुझान रखते ने लोग। उन उत्थे मैं गई सां बच्चियां कोल ਤੇ ਨਿਰਮਲ ਜਸਵਾਲ ਜੀ ਹੈਗੇ ਨੇ, ਡਾਕਟਰ ਨਿਰਮਲ ਜਸਵਾਲ ਜੀ, ਤੇ ਉਹਨਾਂ ਨੇ ਮੈਨੂੰ ਫਿਰ ਉਧਰ ਵੱਲ ਨੂੰ ਖਿੱਚਿਆ ਕਿ ਨਹੀਂ, ਕਿਉਂਕਿ ਉਹਨਾਂ ਦੀ ਕਿਤਾਬ ਆਈ ਸੀ ਰੈਡ ਵਾਈਨ ਜ਼ਿੰਦਗੀ, ਜਿਹਦਾ ਮੈਂ ਸਮੀਖਿਆ ਔਰ ਪੇਪਰ ਪੜ੍ਹਨਾ ਸੀ, ਤੇ ਉੱਥੋਂ ਮੇਰੀ ਸ਼ੁਰੂਆਤ ਹੋਈ। ਔਰ ਮੈਂ ਬਥੇਰੀ ਵਾਰ ਫਿਰ ਬਰੈਂਪਟਨ ਦੀ ਲਾਇਬ੍ਰੇਰੀ ਵਿੱਚ ਜਿੱਥੇ ਪ੍ਰੋਗਰਾਮ ਹੁੰਦੇ ਸੀ, ਔਰ ਬੜੀ ਸਮਰਪਣ ਕੀਤੀਆਂ ਹੋਈਆਂ ਉਹਨਾਂ ਨੇ ਜਗ੍ਹਾਵਾਂ, ਜਿਹੜੀ ਕਿ ਪੰਜਾਬੀ ਡਾਇਸਪੋਰਾ ਵਗੈਰਾ ਨੂੰ, ਤੇ ਖੂਬ ਅੱਛੇ ਸੇ ਸਭ ਹੁੰਦੇ ਨੇ। ਔਰ ਆਨਲਾਈਨ ਵੀ ਜ਼ੂਮ ਮੀਟਿੰਗਸ ਵੀ ਬਥੇਰੀਆਂ ਹੁੰਦੀਆਂ ਨੇ, ਜਿਕਨ ਅੰਤਰਮਨ ਹੋ ਗਿਆ, ਹੈਲੋ ਕੈਨੇਡਾ ਹੋ ਗਿਆ, ਇੱਥੇ ਵੀ ਸਾਰੇ ਜੁੜਦੇ हैं, ਸਾਰੇ ਸਾਰੇ ਅਲੱਗ ਅਲੱਗ ਦੇਸ਼ਾਂ ਤੋਂ ਸਾਰੇ ਆਪਣੇ ਪੰਜਾਬੀ ਵੀ ਔਰ ਸਭ ਜੁੜਦੇ ਜੀ। ਮੈਮ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਜੋ ਕਿ ਸਮੇਂ ਜਿਹੜੀ ਨੌਜਵਾਨ ਪੀੜ੍ਹੀ ਆ ਕਵਿਤਾ ਨੂੰ ਲੈ ਕੇ ਖਾਸ ਕਰਕੇ ਬੜੀ ਉਤਸ਼ਾਹਿਤ ਹੈ, ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ, ਤੇ ਗਿਣਤੀ 'ਚ ਵਾਧਾ ਹੋ ਰਿਹਾ, ਗੁਣਾਤਮਕ ਪੱਖ ਤੋਂ ਅਸੀਂ ਨਿਚਲੇ ਮਿਆਰ ਵੱਲ ਨੂੰ ਆ ਰਹੇ ਹਾਂ, ਚਿੰਤਾ ਦਾ ਵਿਸ਼ਾ ਹੈਗਾ, ਇਹਦੇ ਬਾਰੇ ਵਿਚਾਰਦੇ ਨੇ। ਮੈਂ ਤੇ ਸਿਰਫ ਇਹੀ ਕਹਾਂਗੀ ਕਿ ਬਈ ਸਿਰਫ ਲਿਖਣ ਦੀ ਜਲਦੀ ਨਾ ਕਰਨ, ਹੈ ਨਾ। ਲਿਖਣ ਦੀ ਜਲਦੀ ਕਰਨ ਵਿੱਚ ਕੀ ਹੁੰਦਾ ਕਿ ਕਿਉਂਕਿ ਉਹ ਸਿਰਫ ਨਾਮ ਵਾਸਤੇ ਦੌੜ ਰਹੇ ਹਨ, ਤੇ ਦੋ ਚਾਰ ਲਾਈਨਾਂ ਅਗਰ ਲਿਖ ਵੀ ਦਿੱਤੀਆਂ ਜਿਹੜੀਆਂ ਆਪਸ ਵਿੱਚ ਮੇਲ ਖਾਂਦੀਆਂ ਨੇ, ਉਹਨਾਂ ਨਾਲ ਕਵਿਤਾ ਨਹੀਂ ਬਣਦੀ, ਉਹਦੇ ਜਾਨ ਚਾਹੀਦੀ ਹੈ। ਔਰ ਜਾਨ ਆਂਦੀ ਹੈ ਜਦ ਤੱਕ ਤੁਹਾਡੇ ਅੰਦਰੋਂ ਫੀਲ ਨਾ ਆਏ, ਤੁਹਾਡੇ ਜਦ ਤੱਕ ਅੰਦਰੋਂ ਮਹਿਸੂਸ ਨਾ ਹੋਵੇ, ਉਹ ਕਵਿਤਾ ਬਣ ਨਹੀਂ ਸਕਦੀ। तो ऐसी होनी चाहिए जो दूजे ਨੂੰ ਵੀ ਆਪਣੇ ਅੰਦਰ ਸਮੇਟ ਲਵੇ, ਬਿਲਕੁਲ ਉਹ ਕਵਿਤਾ। ਤੇ ਜਲਦੀ ਨਾ ਕਰਨ, ਔਰ ਜਲਦੀ ਨਾ ਕਰਨ ਨਾਲ ਦੂਜੇ ਦੀ ਕਾਪੀ ਨਾ ਕਰਨ। ਸਾਰੀ ਇੱਥੇ ਗੱਲ ਆ ਰਹੀ ਹੈ ਕਿ ਸਾਹਿਤਕ ਚੋਰੀਆਂ ਜਿਹੜੀਆਂ ਹੋ ਰਹੀਆਂ ਔਰ ਲਗਾਤਾਰ ਹੋ ਰਹੀਆਂ, ਇਹ ਵੀ ਚਿੰਤਾ ਦਾ ਵਿਸ਼ਾ। ਇਹ ਜਿਹੜਾ ਕਵਿਤਾ ਦਾ ਜਾਂ ਕੁਝ ਵਿਧਾਵਾਂ ਐਸੀਆਂ ਨੇ ਜਿਨ੍ਹਾਂ ਦਾ ਭਵਿੱਖ ਸਾਨੂੰ ਕਹਿ ਦਈਏ ਕਿ ਚਿੰਤਾਜਨਕ ਲੱਗਦਾ ਹੈ ਨਾ। ਸਾਹਿਤਕ ਚੋਰੀਆਂ ਦਾ ਜਿਹੜਾ ਕਾਰਨ ਹੈ ਕਿ ਲੋਕ ਇਨਸਟੈਂਟਲੀ ਕੰਮ ਕਰੀ ਜਾ ਰਹੇ ਹੈਗੇ ਵੀ, ਹੈ ਨਾ, ਹੁਣੇ ਕੀਤਾ ਤੇ ਹੁਣੇ ਉਹ ਵਾਇਰਲ ਹੋ ਗਿਆ, ਫਿਰ ਕਿਸੇ ਤੋਂ ਪ੍ਰਭਾਵਿਤ ਹੋ ਕੇ ਜਿਹੜੀ ਕਵਿਤਾ ਲਿਖ ਦਿੰਦੇ ਆ। ਉਸੇ ਵਿੱਚੋਂ ਦੋ ਚਾਰ ਲਾਈਨਾਂ ਮਤਲਬ ਅੱਖਰ ਬਦਲ ਕੇ ਔਰ ਉਹੀ ਭਾਵ ਲੈ ਕੇ ਔਰ ਉਹ ਲਿਖ ਦਿੱਤਾ, ਪਰ ਸਾਹਮਣੇ ਪਤਾ ਲੱਗ ਜਾਂਦਾ ਹੈ ਕਿ ਇਹ ਤੇ ਉਹੀ ਕਵਿਤਾ ਹੈ। ਪਰ ਇਸ ਦਾ ਕੀ ਫਾਇਦਾ ਨਾ, ਇਤਨੀ ਇਹ ਕਦੋਂ ਤੱਕ ਚੱਲੇਗਾ? ਹੁਣੇ ਤੁਸੀਂ ਮੇਰੇ ਖਿਆਲ ਅਗਰ ਵਾਵਾ ਲੁੱਟ ਵੀ ਲਈ ਕਿਸੇ ਦੋ ਚਾਰ ਬੰਦਿਆਂ ਤੋਂ, 100 ਬੰਦਿਆਂ ਤੋਂ, ਪਰ ਅੱਗੇ ਕਿਸ ਤਰ੍ਹਾਂ ਲਿਖੋਗੇ? ਤੇ ਇਸ ਕਰਕੇ ਪਹਿਲੇ ਪੜ੍ਹੋ, ਜਿਤਨਾ ਪੜੋਗੇ ਉਤਨਾ ਤੁਸੀਂ ਗਿਆਨ ਵਰਧਨ ਹੋਏਗਾ ਤੁਹਾਡਾ, ਤੇ ਪੜੋਗੇ ਤਾਂ ਤੁਹਾਨੂੰ ਨਵੇਂ-ਨਵੇਂ ਸ਼ਬਦ ਵੀ ਆਣਗੇ, ਨਵੇਂ-ਨਵੇਂ ਆਈਡੀਆ ਵੀ ਆਣਗੇ, ਹੈ ਨਾ, ਤੇ ਉਹ ਲਿਖਣ ਵਿੱਚ ਵੀ ਤੁਹਾਨੂੰ ਆਸਾਨੀ ਹੋਵੇਗੀ। ਮੈਮ ਜਿੱਦਾਂ ਵਿਦੇਸ਼ਾਂ ਦੀ ਧਰਤੀ ਤੇ ਕਵਿਤਾ ਬਾਰੇ ਹੈ ਨਾ ਇੰਨੇ ਮਤਲਬ ਸਮਾਗਮ ਹੁੰਦੇ ਆ, ਕਵੀ ਦਰਬਾਰ ਹੁੰਦੇ ਆ, ਇੱਧਰ ਵੀ ਹੁੰਦੇ ਆ। ਇਹ ਦੋ ਧਰਤੀਆਂ ਹੋ ਗਈਆਂ ਸਾਡੀਆਂ, ਇੱਕ ਪੰਜਾਬ ਦੀ ਹੈਗੀ, ਇੱਕ ਸੱਤ ਬਗਾਨੇ, ਜਿਹੜੇ 7 ਬਗਾਨਿਆਂ ਦੀ ਧਰਤੀ ਹੈ ਨਾ, 7 ਸਮੁੰਦਰੋਂ ਪਾਰ ਦੀ ਧਰਤੀ। ਮਤਲਬ ਉਧਰਲਾ ਤੇ ਇੱਧਰਲਾ ਦੇਖ ਕੇ ਕਵਿਤਾ ਦਾ ਕਿੱਦਾਂ ਦਾ ਭਵਿੱਖ ਲੱਗਦਾ? ਉਸ ਸਿਖਰ ਤੇ ਹੈਗੀ ਆ ਜਿੱਥੇ ਕਵਿਤਾ ਨੂੰ ਹੋਣਾ ਚਾਹੀਦਾ? ਨਹੀਂ, ਉਹ ਪਰੇਸ਼ਾਨੀ ਦੀ ਗੱਲ ਤੇ ਇਹੀ ਹੈ, ਚਿੰਤਾਜਨਕ ਹੈ ਬਿਲਕੁਲ। ਹੁਣ ਕਿਤਾਬਾਂ ਛਪਦੀਆਂ ਜਾ ਰਹੀਆਂ ਹੈ, ਕਿਉਂਕਿ ਉਹੀ ਗੱਲ ਹੈ ਨਾ ਕਿ ਬਿਜ਼ਨਸ ਹੋ ਗਿਆ। ਹਾਂ, ਬਿਜ਼ਨਸ ਹੋ ਗਿਆ। ਅੱਛਾ, ਨਹੀਂ, ਦੂਜਾ ਬਿਜ਼ਨਸ ਦੇ ਇਲਾਵਾ ਇਹ ਹੈ ਕਿ ਸੈਲਫ ਪਬਲਿਸ਼, ਤੁਸੀਂ ਆਪ ਜਾ ਕੇ ਪਬਲਿਸ਼ ਕਰਾ ਲੈਂਦੇ ਹੋ, ਤੇ ਉਹ ਕਿਤਾਬਾਂ ਤੇ ਬਣ ਗਈਆਂ, ਪਰ ਪੜ੍ਹਨਗੇ ਕਿਤਨੇ ਕੁ ਲੋਕ ਉਹਨਾਂ ਨੂੰ?
ਪਾਠਕਾਂ ਦੀ ਕਮੀ ਹੈ, ਬਿਲਕੁਲ ਰਵਾਇਤਾਂ ਵੀ ਟੁੱਟ ਰਹੀਆਂ। ਰਵਾਇਤਾਂ ਟੁੱਟ ਰਹੀਆਂ, ਪਾਠਕ ਪੜ੍ਹਦੇ, ਕਿਤਾਬਾਂ ਬਹੁਤ ਘੱਟ ਲੋਕ ਖਰੀਦਦੇ ਹੈ ਹੈ ਨਾ। ਮੈਂ ਤੇ ਮਤਲਬ ਆਪਣੇ ਆਸ-ਪਾਸ ਵੀ ਦੇਖਿਆ ਹੈ ਕਿ ਤੁਸੀਂ ਕਿਤਾਬਾਂ ਵੰਡਦੇ ਹੋ ਤੇ ਠੀਕ ਹੈ, ਬਾਕੀ ਖਰੀਦਣ ਨੂੰ ਕੋਈ ਰਾਜ਼ੀ ਨਹੀਂ ਹੁੰਦਾ। ਤੇ ਇਹ ਰਿਵਾਇਤ ਜਿਹੜੀ ਬਣੀ ਹੋਈ ਹੈ ਨਾ ਬਹੁਤ, ਪਹਿਲੇ ਉਹ ਹੁੰਦਾ ਸੀ ਨਾ ਕਿ ਗਿਨੇ ਚੁਣੇ ਲੇਖਕ ਹੁੰਦੇ ਸੀ ਤੇ ਤੁਸਾਂ ਨੇ ਜੇ ਪੜ੍ਹਨਾ ਹੈ ਤੇ ਤੁਸੀਂ ਖਰੀਦੋਗੇ ਬਾਜ਼ਾਰ ਤੋਂ। ਅਸੀਂ ਲੋਕ ਹੁਣ, ਮੈਨੂੰ ਯਾਦ ਹੈ ਬਚਪਨ 'ਚ ਮੇਰੀ ਸਾਰੀ ਪਾਕਟ ਮਨੀ ਕਿਤਾਬਾਂ ਖਰੀਦਣ 'ਚ ਜਾਂਦੀ ਸੀ, ਠੀਕ ਹੈ ਨਾ। ਤੇ ਉਹ ਹੁਣ ਤੇ ਕੀ ਹੈ, ਆਨਲਾਈਨ ਹੀ ਮਿਲ ਜਾਂਦਾ, ਤੁਸੀਂ ਜੋ ਪੜ੍ਹਨਾ ਹੈ ਤੁਹਾਡਾ। ਉਹ ਹਾਲਾਂਕਿ ਮੈਨੂੰ ਤੇ ਬਿਲਕੁਲ ਮਜ਼ਾ ਨਹੀਂ ਆਉਂਦਾ ਮੈਮ ਕਾਰਨ ਤੁਹਾਨੂੰ ਦਿਖਦੇ ਆ ਵੀ? ਕਾਰਨ ਤੇ ਡਾਇਵਰਸਿਟੀ ਹੀ ਹੈ ਨਾ। ਹੁਣ ਬੱਚਿਆਂ ਨੂੰ ਇਤਨੇ ਜ਼ਿਆਦਾ ਡਿਸਟਰੈਕਸ਼ਨਸ ਹਨ ਜਾਂ ਯੰਗ ਜਨਰੇਸ਼ਨਸ ਨੂੰ ਇਤਨੀ ਜ਼ਿਆਦਾ ਦੂਜੀ ਚੀਜ਼ਾਂ ਨਜ਼ਰ ਆਉਂਦੀਆਂ ਨੇ ਕਿ ਉਹ ਇਸ ਪਾਸੇ ਅਸਲ 'ਚ ਠਹਿਰਾਵ ਨਹੀਂ ਰਿਹਾ। ਠਹਿਰਾਵ ਹੋਣਾ ਬੜਾ ਜ਼ਰੂਰੀ ਹੈ, ਬਿਲਕੁਲ। ਤੇ ਜੇ ਠਹਿਰਾਵ ਹੋਏਗਾ ਤਾਂ ਹੀ ਤੇ ਉਹ ਟਿਕ ਕੇ ਬੈਠਣਗੇ। ਉਹ ਇੱਕ ਪੰਨਾ ਪਲਟਦੇ ਆ ਔਰ ਦੌੜ ਪੈਂਦੇ ਦੂਸਰੇ ਪਾਸੇ। ਹੁਣ ਅਗਰ ਉਹ ਆਪਣਾ ਆਈਪੈਡ ਵੀ ਖੋਲਣਗੇ ਤੇ ਇੱਕ ਚੀਜ਼ ਪੜ੍ਹੀ, ਉਸਨੂੰ ਕੰਪਲੀਟ ਵੀ ਨਹੀਂ ਕਰਨਗੇ, ਉਹ ਖਟ ਸੇ ਪਲਟ ਕੇ ਦੇਖਣਗੇ ਕਿ ਹਾਂ ਹੁਣ ਦੂਜੇ ਪਾਸੇ ਕੀ ਚੀਜ਼ ਚੱਲ ਰਹੀ ਹੈ। ਸੋ ਉਹ ਸੀਰੀਅਸਨੈਸ, ਉਹ ਠਹਿਰਾਵ, ਉਹ ਮਤਲਬ ਜਾਂ ਤੇ ਹੋਏ ਤੁਹਾਡਾ ਫੋਕਸ ਹੈ ਇੱਕ ਪਾਸੇ। ਕਵਿਤਾ ਨੂੰ ਸਹੇਜਣ ਲਈ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਮਨਫੀ ਹੋ ਗਈਆਂ ਨੇ, ਬਿਲਕੁਲ, ਹੈ ਨਾ। ਇਹ ਵੀ ਇੱਕ ਸਮਝ ਲਓ ਖਤਰੇ ਦੀ ਘੰਟੀ ਹੈ ਭਵਿੱਖ ਦੇ ਵਿੱਚ, ਹੈ ਨਾ। ਹੈ ਹੀ, ਇਹਦੇ ਬਾਰੇ ਵਿਚਾਰਨਾ ਵੀ ਚਾਹੀਦਾ ਕਿਉਂਕਿ ਸਾਹਿਤ ਤੇ ਫਿਰ ਥੱਲੇ ਹੀ ਜਾ ਰਿਹਾ ਨਾ ਮੈਮ। ਜਿਵੇਂ ਇੱਕ ਪਾਸੇ ਕਵੀ ਦਰਬਾਰ ਹੁੰਦੇ ਆ, ਦੂਸਰੇ ਪਾਸੇ ਸਾਹਿਤਕ ਸਨਮਾਨਾਂ ਦੀ ਗੱਲ ਹੁੰਦੀ ਆ, ਇੱਕ ਹੋੜ ਲੱਗੀ ਹੋਈ ਹੈ, ਦੌੜ ਲੱਗੀ ਹੋਈ ਹੈ, ਹੈ ਨਾ। ਇਹਦੇ ਬਾਰੇ ਜਿਹੜੇ ਹੈਗੇ ਵਿਚਾਰ ਜ਼ਰੂਰ ਸਾਂਝੇ ਕਰਿਓ। ਵੀ ਇਹ ਜਿਹੜੇ ਸਨਮਾਨ ਹਰ ਇੱਕ ਨੂੰ ਮਿਲੀ ਜਾਂਦੇ ਨੇ, ਅੱਛਾ ਮਤਲਬ ਸਭ ਤੋਂ ਹੁਣ ਮੈਂ ਕਿਸੇ ਨੂੰ ਵੀ ਉਹ ਨਹੀਂ ਕਰਨਾ ਚਾਹੁੰਦੀ ਕਿ ਕਿਸੇ ਨੂੰ ਬੁਰਾ ਲੱਗੇ। ਗੱਲ ਕਰਦੇ ਹਾਂ ਕਿਉਂਕਿ ਅਸੀਂ ਚਿੰਤਕ ਹਾਂ, ਅਸੀਂ ਸਾਹਿਤ ਨਾਲ ਜੁੜੇ ਹੋਏ ਹਾਂ ਤੇ ਸਾਡਾ ਇੱਕ اخلاقی ਫਰਜ਼ ਬਣਦਾ ਹੈ। ਹੁਣ ਦੇਖੋ, ਚਲੋ ਜਦੋਂ ਕਰੋਨਾ ਕਾਲ ਸੀ ਉਸ ਵੇਲੇ ਤੇ ਠੀਕ ਹੈ, ਤੁਸੀਂ ਆਨਲਾਈਨ ਸਾਰਾ ਕੁਝ ਕਰਦੇ ਪਏ ਸੀ, ਤੁਹਾਡਾ ਸਰਟੀਫਿਕੇਟ ਘਰ ਪਹੁੰਚਦਾ ਸੀ, ਹੋ ਜਾਂਦਾ ਸੀ। ਘਰ ਨਹੀਂ ਸੀ ਪਹੁੰਚਦਾ, ਆਨਲਾਈਨ ਆਉਂਦਾ ਸੀ, ਤੁਸੀਂ ਪ੍ਰਿੰਟ ਕੱਢ ਲਓ, ਠੀਕ ਹੈ। ਔਰ ਹੁਣ ਵੀ ਇਹੀ ਹੁੰਦਾ ਹੈ ਕਿ ਮਤਲਬ ਇਤਨੇ ਸਾਰੇ ਉਹਨਾਂ ਸਰਟੀਫਿਕੇਟਸ ਦਾ ਕੀ ਮਹੱਤਵ ਹੈ, ਹੈ ਨਾ। ਕੁਝ ਨਹੀਂ ਹੈ। ਤੁਹਾਡੀ ਜ਼ਿੰਦਗੀ ਨੂੰ ਉਹਨਾਂ ਨੇ ਕੁਝ ਨਹੀਂ ਪਲਟਣਾ, ਨਾ ਹੀ ਤੁਹਾਡਾ ਦਰਜਾ ਉੱਚਾ ਹੋ ਜਾਏਗਾ ਉਹਨਾਂ ਨਾਲ, ਕੁਝ ਨਹੀਂ। ਤੁਸੀਂ ਆਪਣਾ ਸਾਹਿਤ ਕਰੋ ਔਰ ਸਾਹਿਤ ਨੂੰ ਜਿੰਨਾ ਵੰਡ ਸਕੋ, ਹੈ ਨਾ, ਜਿੰਨਾ ਲੈ ਸਕੋ ਤੇ ਜਿੰਨਾ ਵੰਡ ਸਕੋ। ਇਹ ਹਾਸ਼ੀਆਗਤ ਨਹੀਂ ਹੋਣਾ ਚਾਹੀਦਾ ਹੈ ਬਸ, ਉਹ ਹੀ ਜ਼ਿਆਦਾ ਠੀਕ ਹੈ। ਮੈਂ ਇਹਨਾਂ ਚੀਜ਼ਾਂ ਤੇ ਮੈਂ ਇਤਨਾ ਵਿਸ਼ਵਾਸ ਨਹੀਂ ਕਰਦੀ, ਬਿਲਕੁਲ ਨਾ ਜ਼ਰੂਰੀ ਹੀ ਸਮਝਦੀ। ਬਿਲਕੁਲ ਮੈਮ, ਕੋਈ ਨਾ ਮੈਮ। ਵਾਕਈ ਤੁਹਾਡਾ ਜਿਹੜਾ ਸ਼ਾਨਦਾਰ ਸਫ਼ਰ ਹੈ ਤੁਸੀਂ ਸਾਡੇ ਨਾਲ ਸਾਂਝਾ ਕੀਤਾ, ਕਵਿਤਾ ਨੂੰ ਲੈ ਕੇ, ਕਹਾਣੀ ਨੂੰ। ਵੱਡੀ ਗੱਲ ਕਿ ਸਾਹਿਤ ਦੇ ਖੇਤਰ ਦੇ ਵਿੱਚ ਜਿਹੜੇ ਰੁਝਾਨ ਨੇ, ਚਿੰਤਾਵਾਂ ਨੇ, ਅਸੀਂ ਉਹਦੇ ਬਾਰੇ ਵੀ ਗੱਲਬਾਤ ਕੀਤੀ। ਸੋ ਪਿਆਰੇ ਦਰਸ਼ਕੋ, ਅੱਜ ਪਰਮਿੰਦਰ ਮੈਮ ਨਾਲ ਅਸੀਂ ਗੱਲਬਾਤ ਕੀਤੀ ਹੈ ਕਵਿਤਾ ਬਾਰੇ, ਸਾਹਿਤ ਦੇ ਵੱਖ-ਵੱਖ ਰੁਝਾਨਾਂ ਬਾਰੇ। ਤੁਹਾਡਾ ਇਸ ਪ੍ਰੋਗਰਾਮ ਨੂੰ ਲੈ ਕੇ ਕੋਈ ਸੁਝਾਅ ਹੈ ਤੇ ਤੁਸੀਂ ਸਾਡੇ ਸਰਨਾਮੇ info@justbroadcasting.com ਦੇ ਜ਼ਰੀਏ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਹੁਣ ਮੈਨੂੰ, ਡਾਕਟਰ ਵੀਰ ਨੂੰ ਤੇ ਮੈਮ ਪਰਮਿੰਦਰ ਸੋਨੀ ਜੀ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।